ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਦੋਹਰਾ ਦਿਵਸ ਆਗਲੇ ਸਤਿਗੁਰੂ ਬੈਠੇ ਲਾਏ ਦੀਵਾਨ। ਪਠਿਓ ਹੁਤੋ ਖੋ ਜਾਨਵਰ ਸੂਬੇ ਕਾਲੇ ਖਾਨ। ਦਿਵਸ ਆਗਲੇ ਸਤਿਗੁਰੂ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਮਹਾਨ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਜੀ ਮਹਾਰਾਜ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋ। ਗੁਰੂ ਸਵਾਰੇ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਨੇ ਹਜ਼ੂਰ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ, ਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪਾਂ ਨੇ ਸਰਵਣ ਕਰਨੀ ਹੈ। ਸਭ ਸੰਗਤ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ। ਸਭ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਪਿਆਰ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਕਥਾ ਹਰ ਰੋਜ਼ ਸੰਗਤਾਂ ਪਿਆਰ ਨਾਲ ਸਰਵਣ ਕਰਦੇ ਹੋ। ਸਤਿਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਵਾਲੇ ਉਸ ਸਥਾਨ 'ਤੇ ਸੁਭਾਏਮਾਨ ਹਨ। ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਮਹਾਰਾਜ ਇੱਕ ਦਿਨ ਸ਼ਿਕਾਰ 'ਤੇ ਚੜ੍ਹੇ। ਹਾੜ ਦਾ ਮਹੀਨਾ ਸੀਗਾ। ਹਾੜ ਦੇ ਮਹੀਨੇ ਦੇ ਇੱਕ ਦਿਨ ਗੁਰੂ ਜੀ ਸ਼ਿਕਾਰ ਦੇ ਉੱਤੇ ਚੜ੍ਹੇ ਜੀ। ਨਾਲ ਸਿੱਖ ਸੰਗਤਾਂ ਨੂੰ ਲਿਆ। ਅੱਗੇ ਅੱਗੇ ਬਾਬਾ ਗੁਰਦਿੱਤਾ ਜੀ ਹਨ, ਮਹਾਰਾਜ ਜੀ ਦਾ ਘੋੜਾ ਹੈ। ਫਿਰ ਬਾਬਾ ਬਿਧੀ ਚੰਦ ਸਾਹਿਬ ਹਨ ਅਤੇ ਉਹਦੇ ਤੋਂ ਮਗਰ ਸਿੱਖ ਯੋਧੇ ਹਨ ਜੀ। ਮਹਾਰਾਜ ਗਰੀਬ ਨਵਾਜ ਜਾ ਰਹੇ ਹਨ। ਦੋ ਪਿਓ ਪੁੱਤ ਮਹਾਰਾਜ ਜੀ ਨੂੰ ਮਿਲੇ ਜੀ। ਬੜੇ ਪਿਆਰ ਨਾਲ ਉਹਨਾਂ ਨੇ ਨਮਸਕਾਰ ਕੀਤੀ। ਛੇਵੇਂ ਪਾਤਸ਼ਾਹ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਕੌਣ ਹੋ ਭਾਈ? ਅੰਤਰਜਾਮੀ ਮਹਾਰਾਜ ਜਾਣਦੇ ਤੇ ਸਾਰਾ ਕੁਝ ਨੇ। ਫਿਰ ਵੀ ਗੁਰੂ ਜੀ ਨੇ ਪੁੱਛਿਆ। ਉਹ ਦੋਵੇਂ ਹੱਥ ਜੋੜ ਕੇ ਕਹਿੰਦੇ ਮਹਾਰਾਜ ਅਸੀਂ ਪਿਓ ਪੁੱਤ ਹਾਂ, ਤਰਖਾਣ ਹਾਂ, ਅਸੀਂ ਚਿੱਤਰਕਾਰੀ ਕਰਦੇ ਹਾਂ, ਸਾਡੇ ਲਾਇਕ ਕੋਈ ਸੇਵਾ ਹੋਵੇ ਤੇ ਦੱਸੋ। ਮਹਾਰਾਜ ਅਸੀਂ ਚਿੱਤਰਕਾਰੀ ਬਹੁਤ ਸੋਹਣੀ ਕਰਦੇ ਹਾਂ। ਅਤੇ ਬਾਬਾ ਬਿਧੀ ਚੰਦ ਜੀ ਪਾਸ ਖਲੋਤੇ। ਬਾਬਾ ਬਿਧੀ ਚੰਦ ਜੀ ਉਹਨਾਂ ਨੂੰ ਕਹਿਣ ਲੱਗੇ ਜੇ ਤੁਸੀਂ ਚਿੱਤਰਕਾਰੀ ਕਰਦੇ ਹੋ, ਅੱਜ ਮਹਾਰਾਜ ਨੇ ਬਸਤਰ ਬੜੇ ਵਧੀਆ ਪਾਏ ਹੈ, ਦਸਤਾਰਾ ਸੋਹਣਾ ਸਜਾਇਆ, ਘੋੜੇ 'ਤੇ ਸੱਜੇ ਹੈ, ਇਸ ਰੂਪ ਦੇ ਦਰਸ਼ਨ ਕਰੋ ਅਤੇ ਮਹਾਰਾਜ ਦਾ ਚਿੱਤਰ ਬਣਾਓ। ਮਹਾਰਾਜ ਤਾਂ ਅੱਗੇ ਚਲੇ ਗਏ, ਪਰ ਬਾਬਾ ਬਿਧੀ ਚੰਦ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਚਿੱਤਰ ਬਣਾਓ। ਉਹ ਕਹਿੰਦੇ ਵੀ ਅਸੀਂ ਚਿੱਤਰ ਤਾਂ ਬਣਾਵਾਂਗੇ ਜੇ ਮਹਾਰਾਜ ਸਾਡੇ ਹਿਰਦੇ 'ਚ ਵਸਣਗੇ। ਇਹ ਅਕਸ਼ ਸਾਡੇ ਹਿਰਦੇ 'ਚ ਜਾਏਗਾ ਤੇ ਚਿੱਤਰ ਬਣਾਵਾਂਗੇ ਨਾ।
ਬਾਬਾ ਬਿਧੀ ਚੰਦ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਧਰੋ ਧਿਆਨ ਮਹਾਰਾਜ ਦਾ, ਨਾਮ ਲਓ ਗੁਰੂ ਸਾਹਿਬ ਜੀ ਦਾ, ਮਹਾਰਾਜ ਤੁਹਾਡੇ ਹਿਰਦੇ ਵਿੱਚ ਵੀ ਸਤਿਗੁਰੂ ਜੀ ਵਸਣਗੇ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸੰਗਤ ਜੀ, ਮਹਾਰਾਜ ਕੋਲੋਂ ਅਰਦਾਸ ਕਰਿਆ ਕਰੋ, ਮਹਾਰਾਜ ਆਪ ਜੀ ਦੇ ਸੋਹਣੇ ਦਰਸ਼ਨ ਜੋ ਆਪਾਂ ਕਥਾ ਵਿੱਚ ਸੁਣਦੇ ਆ, ਉਹ ਦਰਸ਼ਨ ਆਪ ਜੀ ਦੇ ਸਾਡੇ ਹਿਰਦੇ ਵਿੱਚ ਵਸਣ। ਉਹ ਜਿਹੜਾ ਬਦਸ਼ ਖਾਂ ਤੋਂ ਸੌਦਾਗਰ ਆਇਆ ਸੀ, ਉਹਨੇ ਸਭ ਵਸਤੂਆਂ ਭੇਟਾ ਕੀਤੀਆਂ। ਮਹਾਰਾਜ ਨੇ ਉਹਨੂੰ ਪੁੱਛਿਆ ਸੀ ਨਾ, ਪਿਆਰਿਆ ਕੁਝ ਮੰਗ ਲੈ। ਉਹ ਕਹਿੰਦਾ, ਮਹਾਰਾਜ ਤੁਸਾਂ ਸ਼ਸਤਰ ਬਸਤਰ ਸਜਾਏ ਹੋਣ, ਕਲਗੀ ਸਜਾਈ ਹੋਵੇ, ਤੇ ਮਹਾਰਾਜ ਤੁਹਾਡਾ ਉਹ ਰੂਪ ਮੇਰੇ ਹਿਰਦੇ 'ਚ ਵਸ ਜਾਵੇ, ਇਹ ਕਿਰਪਾ ਕਰ ਦਿਓ। ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ, ਫਿਰ ਮਹਾਰਾਜ ਉਹਦੇ ਹਿਰਦੇ 'ਚ ਵਸੇ ਤੇ ਜਨਮ ਮਰਨ ਕੱਟ ਦਿੱਤਾ ਜੀ ਉਹਦਾ। ਇਹਨਾਂ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਿੱਤਰ ਬਣਾਉਣਾ ਸ਼ੁਰੂ ਕੀਤਾ ਜੀ। ਮਹਾਰਾਜ ਅੱਗੇ ਚਲੇ ਗਏ। ਜਲੰਧਰ ਤੋਂ ਇੱਕ ਸਿੱਖ ਆਇਆ, ਬੜੀ ਕਾਹਲੀ ਦੇ ਨਾਲ ਭੱਜਿਆ ਆਇਆ। ਉਹ ਕਹਿੰਦਾ, ਮਹਾਰਾਜ ਬੜੀਆਂ ਫੌਜਾਂ ਆਈਆਂ ਤੇ। ਮਹਾਰਾਜ ਕਹਿਣ ਲੱਗੇ, ਆਣ ਦਿਓ, ਜਿੰਨੇ ਚੜ ਕੇ ਆਉਣਗੇ ਸਾਰੇ ਜਮਾਂ ਦੇ ਘਰ ਜਾਣਗੇ। ਇਹ ਬਚਨ ਮਹਾਰਾਜ ਜੀ ਨੇ ਕੀਤਾ। ਆਖੋ ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਇਹ ਬਚਨ ਕੀਤਾ ਤੇ ਮਹਾਰਾਜ ਜੀ ਦਾ ਇਹ ਬਚਨ ਸੱਚਾ ਹੋਣਾ ਜੀ, ਸੱਚਾ ਹੋਣਾ। ਮਹਾਰਾਜ ਵਾਪਸ ਆਏ, ਇੱਕ ਬਾਗ 'ਚ ਬੈਠੇ ਤੇ ਉਹਨੇ ਚਿਰ ਨੂੰ ਚਿੱਤਰ ਬਣ ਗਿਆ ਸੀਗਾ। ਉਹਨਾਂ ਬਾਬਾ ਬਿਧੀ ਚੰਦ ਜੀ ਨੂੰ ਉਹ ਚਿੱਤਰ ਵਿਖਾਇਆ। ਬਾਬਾ ਜੀ ਬੜੇ ਖੁਸ਼ ਹੋਏ ਜੀ ਮਹਾਰਾਜ ਦਾ ਚਿੱਤਰ ਵੇਖ ਕੇ, ਤੇ ਸਤਿਗੁਰੂ ਜੀ ਨੂੰ ਵਿਖਾਇਆ। ਮਹਾਰਾਜ ਵੀ ਚਿੱਤਰ ਵੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਦੋਵਾਂ ਪਿਓ ਪੁੱਤਾਂ ਤੇ ਖੁਸ਼ ਹੋ ਕੇ ਮਹਾਰਾਜ ਕਹਿਣ ਲੱਗੇ, ਤੁਹਾਡਾ ਜਨਮ ਮਰਨ ਹੀ ਕੱਟ ਦਿੱਤਾ, ਅੱਜ ਤੋਂ ਬਾਅਦ ਤੁਹਾਡਾ ਜਨਮ ਮਰਨ ਮੁੱਕ ਗਿਆ। ਮਹਾਰਾਜ ਕਹਿਣ ਲੱਗੇ, ਪੈਸੇ ਲੈ ਲਓ। ਉਹ ਕਹਿੰਦੇ, ਮਾਇਆ ਨਹੀਂ ਲੈਣੀ, ਅੱਗੇ ਤੁਸੀਂ ਪਹਿਲਾਂ ਹੀ ਨਿਹਾਲ ਕਰਤਾ ਜੀ। ਉਹ ਜਿਹੜਾ ਚਿੱਤਰ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਦਿੱਤਾ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਅਬਲੋ ਤਿਸ ਕੀ ਕੁਲ ਜੋ ਉਪਜੇ, ਤਿਨਕੇ ਢਿੱਗ ਸੁੰਦਰ ਸੋ ਚੀਨ। ਅੱਜ ਤੱਕ ਬਾਬਾ ਬਿਧੀ ਚੰਦ ਜੀ ਦੀ ਕੁੱਲ ਵਿੱਚ ਜਿਹਦਾ ਜਨਮ ਹੁੰਦਾ ਹੈ, ਉਹ ਉਸ ਚਿੱਤਰ ਦੀ ਸੇਵਾ ਕਰਦਾ ਹੈ ਜੀ। ਅੱਜ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਹਨ। ਉਹਨਾਂ ਦੇ ਭਰਾਤਾ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ ਹਨ ਜੀ। ਸਾਧ ਸੰਗਤ ਜੀ, ਬੜੇ ਸ਼ਸਤਰ ਬਸਤਰ ਗੁਰੂ ਸਾਹਿਬ ਦੇ ਉਹਨਾਂ ਦੇ ਪਰਿਵਾਰਾਂ ਦੇ ਕੋਲ ਹਨ ਜੀ। ਸੋ ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਸਭ ਸੰਗਤ ਪਿਆਰ ਨਾਲ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਵਸ ਆਗਲੇ ਸਤਿਗੁਰੂ, ਬੈਠੇ ਲਾਏ ਦੀਵਾਨ। ਅਗਲੇ ਦਿਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਦੀਵਾਨ ਲਾ ਕੇ ਬੈਠੇ ਆ। ਬੜੀਆਂ ਸੰਗਤਾਂ ਮਹਾਰਾਜ ਜੀ ਦੇ ਆਲੇ ਦੁਆਲੇ ਬੈਠੀਆਂ ਹਨ। ਹਾਂਜੀ। ਪਠਿਓ ਹੁਤੋ ਖੋ ਜਾਨਵਰ, ਸੂਬੇ ਕਾਲੇ ਖਾਨ। ਉਹ ਕਾਲੇ ਖਾਨ ਨੇ ਖੋਜਾ ਭੇਜਿਆ ਸੀਗਾ ਜੀ, ਜਿਹਦਾ ਨਾਮ ਸੀ ਅਨਵਰ ਖਾਂ, ਵੀ ਜਾ ਕੇ ਭੇਦ ਲੈ ਕੇ ਆ ਵੀ ਮਹਾਰਾਜ ਦੀ ਤਿਆਰੀ ਕਿੰਨੀ ਕੁ ਹੈ। ਹਾਂਜੀ। ਚੌਪਈ ਪੂਰਬ ਕਈ ਬਾਰ ਸੋ ਆਵਾ। ਜਿਹੜਾ ਖੋਜਾ ਅਨਵਰ ਖਾਂ ਹੈ ਨਾ, ਇਹ ਪਹਿਲਾਂ ਵੀ ਮਹਾਰਾਜ ਜੀ ਦੇ ਕੋਲ ਕਈ ਵਾਰੀ ਆ ਚੁੱਕਾ ਜੀ। ਕਈ ਵਾਰੀ ਇਹਨੇ ਪਹਿਲਾਂ ਵੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਕਹਿ ਵਜ਼ੀਰ ਖਾਂ ਜਬੈ ਪਠਾਵਾ। ਵਜ਼ੀਰ ਖਾਂ ਕਈ ਵਾਰੀ ਇਹਨੂੰ ਮਹਾਰਾਜ ਜੀ ਦੇ ਕੋਲ ਭੇਜਿਆ ਸੀ ਵਜ਼ੀਰ ਖਾਂ ਨੇ ਜੀ। ਸੋ ਖੋਜੇ ਅਨਵਰ ਖਾਂ ਨੇ ਪਹਿਲਾਂ ਵੀ ਕਈ ਵਾਰੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ। ਹਾਂਜੀ। ਗੁਰ ਕੇ ਸੰਗ ਮਿਲਿਓ ਬਹੁ ਬਾਰੀ, ਜਾਂ ਤੇ ਭੇਜਿਓ ਜਾਨ ਚਿਤਨਾਰੀ। ਕਾਲੇ ਖਾਂ ਨੇ ਵੀ ਇਸੇ ਕਰਕੇ
ਅਨਵਰ ਖਾਨ ਨੂੰ ਭੇਜਿਆ ਸੀ ਵੀ ਮਹਾਰਾਜ ਨੂੰ ਇਹਦੇ ਤੇ ਸ਼ੱਕ ਨਹੀਂ ਹੋਏਗਾ। ਆਖੋ ਵਾਹਿਗੁਰੂ। ਇਹਦੇ ਤੇ ਸ਼ੱਕ ਨਹੀਂ ਹੋਏਗਾ ਗੁਰੂ ਜੀ ਨੂੰ। ਇਹ ਪਹਿਲਾਂ ਵੀ ਕਈ ਵਾਰੀ ਆਇਆ। ਹਾਂਜੀ ਨਗਰ ਜਲੰਧਰ ਕੋ ਤਜ ਆਇਓ, ਹਾਂਜੀ। ਸ਼੍ਰੀ ਕਰਤਾਰਪੁਰ ਨੇ ਆਇਓ। ਜਲੰਧਰ ਛੱਡ ਕੇ ਉਹ ਫਿਰ ਕਰਤਾਰਪੁਰ ਸਾਹਿਬ ਆਇਆ ਜੀ, ਖੋਜਾ ਅਨਵਰ ਜੀ। ਹਾਂਜੀ। ਤੇ ਛਿਨ ਮਨ ਮੈਂ ਕਪਟ ਵਿਚਾਰਾ, ਤਹਿ ਛਿਨ ਮਨ ਮਹਿ ਕਪਟ ਵਿਚਾਰਾ। ਜਦੋਂ ਉਹ ਆ ਰਿਹਾ ਸੀ ਨਾ ਤੇ ਖੋਜਾ ਅਨਵਰ ਤੇ ਪਹਿਲਾਂ ਹੀ ਚੈੱਕ ਕਰਨ ਦੇ ਹਿਸਾਬ ਨਾਲ ਆ ਰਿਹਾ ਜੀ, ਪਰਖ ਲੈਣ ਲਈ ਆ ਰਿਹਾ। ਖੋਜੇ ਅਨਵਰ ਨੇ ਮਨ ਵਿੱਚ ਇੱਕ ਸੋਚ ਸੋਚੀ ਜੀ, ਇੱਕ ਕਪਟ ਸੋਚਿਆ ਜੀ। ਇਹਨੂੰ ਧਿਆਨ ਨਾਲ ਸੁਣਿਓ। ਹਾਂਜੀ। ਅਬ ਮੈਂ ਪਰਖੋ ਕਰ ਨਿਰਧਾਰਾ, ਉਹ ਕਹਿਣ ਲੱਗਾ ਵੀ ਮੈਂ ਮਹਾਰਾਜ ਨੂੰ ਪਰਖਾਂਗਾ। ਆਖੋ ਵਾਹਿਗੁਰੂ। ਪਰਖਣ ਦੀ ਸੋਚ ਬਣਾਈ ਹੈ ਖੋਜੇ ਅਨਵਰ ਨੇ। ਹਾਂਜੀ। ਸ਼੍ਰੀ ਨਾਨਕ ਅਵਤਾਰ ਕੇ ਨਾਹੀ, ਕਰਾ ਮਾਤ ਕਾਮਲ ਧਰ ਮਾਹੀ। ਕਿ ਇਹ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਹਨ। ਉਹ ਗੱਲਾਂ ਹੈਗੀਆਂ ਗੁਰੂ ਨਾਨਕ ਸਾਹਿਬ ਵਾਲੀਆਂ ਇਹਨਾਂ ਵਿੱਚ। ਹਾਂਜੀ। ਪ੍ਰਥਮ ਆਵ ਤੋ ਮਸਲਤ ਕਰਨੇ, ਪਹਿਲਾਂ ਤੇ ਇਹ ਸੋਚਦਾ ਸੀ ਵੀ ਮੈਂ ਮੀਟਿੰਗ ਕਰਨ ਵਾਸਤੇ ਆਉਣਾ ਸਾਂ, ਵੀ ਮਹਾਰਾਜ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਹੁੰਦਾ ਸੀਗਾ। ਇਸ ਵਾਸਤੇ ਖੋਜਾ ਅਨਵਰ ਖਾਂ ਮਹਾਰਾਜ ਦੇ ਕੋਲ ਆਉਂਦਾ ਸੀਗਾ। ਹਾਂਜੀ। ਹੁਣ ਬੰਦ ਕਰ। ਅਬ ਕੈ ਗੁਰੂ ਪ੍ਰਾਨ ਹਮ ਹਰਨੇ, ਤੇ ਹੁਣ ਸੋਚਦਾ ਹੈ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗ ਕਰਨ ਵਾਸਤੇ ਆਇਆ। ਹੁਣ ਅਸੀਂ ਕਿਸੇ ਹੋਰ ਮਕਸਦ ਨਾਲ ਆਏ ਹਾਂ। ਹਾਂਜੀ। ਇਮ ਵਿਚਾਰ ਕਰ ਦੁਏ ਦੀਨਾਰ, ਇਹ ਵਿਚਾਰ ਕੀਤੀ ਵੀ ਮੈਂ ਪਰਖਾਂ ਮਹਾਰਾਜ ਨੂੰ ਕਿੰਨੇ ਕੁ ਪੂਰੇ ਨੇ। ਪਰਖਣ ਦੀ ਸੋਚ ਲੈ ਕੇ ਉਹ ਆਇਆ ਜੀ। ਹਾਂਜੀ। ਤੇ ਜਦੋਂ ਪਰਖਣ ਦੀ ਸੋਚ ਨਾਲ ਆਇਆ ਨਾ ਜੀ ਉਹ, ਤੇ 2 ਮੋਹਰਾਂ ਲਈਆਂ ਉਹਨੇ ਜੀ। ਹੁਣ ਧਿਆਨ ਨਾਲ ਸੁਣਿਓ ਸਾਰੀ ਗੱਲ ਜੀ। ਹਾਂਜੀ। ਦੋਨੋਂ ਹਾਥਨ ਪਰ ਤਬ ਧਾਰ, ਦੋਵਾਂ ਹੱਥਾਂ ਤੇ ਮੋਹਰਾਂ ਰੱਖ ਲਈਆਂ ਜੀ ਉਹਨੇ। ਹਾਂਜੀ। ਤਰੇ ਹਾਥ ਕਰ ਏਕ ਛਪਾਈ, ਮਨ ਵਿੱਚ ਸੋਚਦਾ ਵੀ ਜਦੋਂ ਮੈਂ ਮਹਾਰਾਜ ਦੇ ਕੋਲ ਜਾਣਾ ਤੇ ਉਹ ਦੋਵਾਂ ਮੋਹਰਾਂ ਨੂੰ ਮੈਂ ਲੁਕਾ ਲੈਣਾ। ਇੱਕ ਸਾਹਮਣੇ ਕਰ ਦਿਆਂਗਾ, ਇੱਕ ਹੱਥ ਦੇ ਥੱਲੇ ਲੁਕਾ ਲਵਾਂਗਾ। ਵੇਖੋ ਇੰਜ, ਇੱਕ ਮੋਹਰ ਹੱਥ ਦੇ ਉੱਤੇ ਰੱਖਾਂਗਾ, ਉਹਦੇ ਉੱਤੇ ਹੱਥ ਰੱਖ ਕੇ ਫਿਰ ਇੱਕ ਮੋਹਰ ਉੱਤੇ ਰੱਖਾਂਗਾ। ਇੰਜ ਭੇਟ ਕਰਾਂਗਾ ਮਹਾਰਾਜ ਨੂੰ। ਹਾਂਜੀ। ਇੱਕ ਕਰ ਉਪਰ ਦੇਹ ਦਿਖਾਈ, ਇੱਕ ਮੋਹਰ ਹੱਥ ਤੇ ਵਿਖੇਗੀ। ਹਾਂਜੀ। ਜੇ ਅਜਮਤ ਲੈ ਦੋਨੋਂ ਜਾਨ, ਤੇ ਜੇ ਤੇ ਗੁਰੂ ਜੀ ਪੂਰੇ ਨੇ ਤੇ ਫਿਰ ਤੇ ਪਛਾਣਨਗੇ ਤੇ ਦੋਵਾਂ ਮੋਹਰਾਂ ਦੀ ਗੱਲ ਕਰਨਗੇ। ਆਖੋ ਵਾਹਿਗੁਰੂ। ਵੇਖੋ ਵਿਖਾਉਣੀ ਇੱਕ ਹੈ, ਪਰ ਜੇ ਗੁਰੂ ਸਾਹਿਬ 'ਚ ਸ਼ਕਤੀ ਹੈ ਤੇ ਖੋਜਾ ਅਨਵਰ ਖਾਂ ਕਹਿੰਦਾ ਵੀ ਮਹਾਰਾਜ ਦੋਵੇਂ ਮੋਹਰਾਂ ਦੀ ਪਛਾਣ ਕਰਨਗੇ। ਹਾਂਜੀ। ਆਪਣੀ ਭੇਟ ਤਰਾਏ ਬਖਾਨ, ਆਪ ਕਹਿ ਕੇ ਆਪਣੀ ਭੇਟ ਅੱਗੇ ਰਖਾਉਣਗੇ ਵੀ ਲੈ ਭਾਈ ਦੋਵੇਂ ਮੋਹਰਾਂ ਅੱਗੇ ਰੱਖ। ਹਾਂਜੀ। ਸਭਾ ਵਿਖੇ ਜਹ ਬੈਠੇ ਸੁਨੇ, ਪਹੁੰਚਿਓ ਗੀਦੀ ਤਰਕਤ ਘਨੇ। ਤੇ ਜਿੱਥੇ ਮਹਾਰਾਜ ਬੈਠੇ ਆ ਨਾ ਜੀ, ਗੀਦੀ, ਉਂਝ ਗੀਦੀ ਦਾ ਅਰਥ ਗਧਾ ਹੁੰਦਾ ਜੀ, ਕਾਇਰ ਵੀ ਹੁੰਦਾ ਜੀ। ਇਹ ਡਰਪੋਕ ਜਿਹਾ ਹੈਗਾ ਖੋਜਾ ਅਨਵਰ। ਮਨ ਵਿੱਚ ਕਈ ਸੋਚਾਂ ਸੋਚਦਾ ਹੋਇਆ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਵੱਲ ਆ ਰਿਹਾ ਜੀ। ਹਾਂਜੀ। ਉਤਰ ਤੁਰੰਗ ਤੇ ਗਇਓ ਅਗਾਰੀ, ਘੋੜੇ ਤੋਂ ਉਤਰਿਆ ਤੇ ਅੱਗੇ ਗਿਆ। ਤਿਮ ਦੀਨਾਰ ਹਾਥ ਪਰ ਧਾਰੀ, ਉਸੇ ਤਰ੍ਹਾਂ ਉਹ ਮੋਹਰ ਰੱਖੀ ਦੀ ਉਹਨੇ, ਹੱਥ ਇੰਜ ਕਰਕੇ ਮੋਹਰ ਰੱਖੀ, ਫਿਰ ਉੱਤੇ ਹੱਥ ਰੱਖ ਕੇ ਮੋਹਰ ਰੱਖ ਦਿੱਤੀ ਵੀ ਇੰਜ ਮੋਹਰ ਅੱਗੇ ਰੱਖਾਂਗਾ, ਜੇ ਤੇ ਗੁਰੂ ਜੀ ਜਾਣੀ ਜਾਣ ਹੋਣਗੇ ਤੇ ਪਛਾਣਨਗੇ। ਹਾਂਜੀ। ਜਬ ਸਤ ਗੁਰ ਕੋ ਨਜ਼ਰ ਦਿਖਾਈ, ਅੱਗੇ ਹੋਇਆ ਹੁਣ ਮਹਾਰਾਜ ਨੂੰ ਕਿਹੜਾ ਕੁਝ ਭੁੱਲਿਆ। ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਪੂਰੇ ਨੇ
ਦੀਨ ਦੁਨੀਆ ਦੇ ਮਾਲਕ ਨੇ ਜਦੋਂ ਉਹਨੇ ਅੱਗੇ ਹੋ ਕੇ ਇੰਜ ਮੋਹਰ ਕੀਤੀ ਨਾ ਜੀ, ਹਾਂਜੀ, ਕੀਨ ਬਿਲੋਕਨ ਭਨਿਓ ਸੁਨਾਈ। ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਵੀ ਮੋਹਰਾਂ ਲੈ ਕੇ ਤੇ ਦੋ ਆਇਆ, ਤੇ ਰੱਖੀਆਂ ਵੀ ਦੋ ਹੀ ਨੇ, ਪਰ ਇੱਕ ਲੁਕਾਈ ਹੈ। ਆਖੋ ਵਾਹਿਗੁਰੂ। ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਇੱਥੇ ਖਲੋ ਕੇ ਬੰਦਾ ਕੁਝ ਵੀ ਲੁਕਾ ਨਹੀਂ ਚ ਸਕਦਾ ਜੀ। ਇੱਥੇ ਖਲੋ ਜਾਵੇ ਸਹੀ ਜੀ ਅੱਗੇ, ਆਖੇ ਮੈਂ ਕੁਝ ਲੁਕਾ ਲਵਾਂ, ਨਹੀਂ। ਬੰਦਾ ਸਾਹਮਣੇ ਆਉਂਦਾ ਹੈ ਨਾ, ਉਹਦੇ ਮਨ ਦੀ MRI ਮਹਾਰਾਜ ਕਰ ਲੈਂਦੇ ਹੈ, ਸਭ ਕੁਝ ਪਤਾ ਲੱਗ ਜਾਂਦਾ ਜੀ। ਹਾਂਜੀ, ਆਵੋ ਖਾਨ ਸੁਮਤ ਵਿਪਰੀਤੀ। ਤੇ ਮਹਾਰਾਜ ਨੇ ਫਿਰ ਉਸੇ ਵੇਲੇ ਹੀ ਕਹਿਤਾ, ਮਹਾਰਾਜ ਕਹਿੰਦੇ ਆ ਜਾ ਖਾਨਾ, ਤੇਰੀ ਮੱਤ ਪੁੱਠੀ ਹੋ ਗਈ ਹੈ। ਆਖੋ ਵਾਹਿਗੁਰੂ। ਸਿੱਧੀ ਗੱਲ ਕਹੀ ਮਹਾਰਾਜ ਨੇ। ਮਹਾਰਾਜ ਕਹਿਣ ਲੱਗੇ ਤੇਰੀ ਮੱਤ ਪੁੱਠੀ ਹੋ ਗਈ ਹੈ। ਹਾਂਜੀ, ਕਰੀ ਪ੍ਰਥਮ ਤੇ ਅਪਰ ਅਨੀਤੀ। ਤੂੰ ਪਹਿਲਾਂ ਤੋਂ ਪੁੱਠਾ ਕੰਮ ਕੀਤਾ, ਹੁਣ ਮਹਾਰਾਜ ਕਹਿਣ ਲੱਗੇ ਪੁੱਠੇ ਕੰਮ ਕਰਦਾ ਤੂੰ, ਮਹਾਰਾਜ ਕਹਿਣ ਲੱਗੇ। ਕਹੈ ਸੋ ਅਬਲੋ ਪਹੁੰਚਿਓ ਆਏ ਨਾ। ਹਾਂਜੀ, ਕਹਾਂ ਕੁ ਮਤ ਕਹਿ ਦਿਓ ਬਤਾਵਨ। ਉਹ ਖੋਜਾ ਅਨਵਰ ਕਹਿੰਦਾ ਮਹਾਰਾਜ ਅਜੇ ਤੇ ਮੈਂ ਆ ਕੇ ਕੋਈ ਗੱਲ ਵੀ ਨਹੀਂ ਕੀਤੀ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦਾ ਮੈਂ ਤਾਂ ਜੇ ਕੋਈ ਗੱਲ ਵੀ ਨਹੀਂ ਕੀਤੀ ਤੇ ਤੁਸੀਂ ਕਹਿੰਦੇ ਹੋ ਵੀ ਮੇਰੀ ਮੱਤ ਪੁੱਠੀ ਹੈ। ਮਹਾਰਾਜ ਮੈਂ ਤਾਂ ਜੇ ਬੋਲਿਆ ਹੀ ਕੁਛ ਨਹੀਂ ਆ। ਹਾਂਜੀ, ਸੁਣ ਗੁਰ ਉਚਰਿਓ ਜਬ ਜੁਗ ਫੂਟੈ। ਹਾਂਜੀ, ਤਿਸ ਕੋ ਸ਼ਤਰੂ ਤੁਰਤ ਹੀ ਕੂਟੈ। ਮਹਾਰਾਜ ਕਹਿਣ ਲੱਗੇ ਫਿਰ ਸੁਣ ਲਾ, ਇਸ਼ਾਰੇ 'ਚ ਗੱਲ ਕੀਤੀ। ਮਹਾਰਾਜ ਕਹਿੰਦੇ ਦੋ ਜਣੇ ਹੋਣ, ਉਹ ਟੁੱਟ ਜਾਣ, ਵੱਖ-ਵੱਖ ਹੋ ਜਾਣ, ਤੇ ਫਿਰ ਦੁਸ਼ਮਣਾਂ ਤੋਂ ਮਾਰ ਹੀ ਖਾਂਦੇ ਐ। ਆਖੋ ਵਾਹਿਗੁਰੂ। ਆਪਾਂ ਸੁਣਿਆ ਨਾ ਏਕਤਾ 'ਚ ਬਲ ਹੁੰਦਾ ਹੈ ਜੀ। ਹਾਂਜੀ, ਘਰ ਲਗ ਜਾਨ ਨਾ ਦੇਹ ਸੁਜਾਨ। ਮਹਾਰਾਜ ਕਹਿੰਦੇ ਦੋ ਜਣੇ ਹੋਣ ਤੇ ਟੁੱਟ ਜਾਣ, ਤੇ ਫਿਰ ਵੈਰੀ ਉਹਨੂੰ ਉਹਦੇ ਘਰ ਤੱਕ ਜਿੰਦਾ ਨਹੀਂ ਪਹੁੰਚਣ ਦਿੰਦੇ। ਹਾਂਜੀ, ਪਹੁੰਚੈ ਤੁਰਤ ਘਰੈ ਤਿਸ ਹਾਨ। ਉਹ ਮਾਰ ਦਿੰਦੇ ਆ ਉਹਨੂੰ, ਕੱਲਿਆਂ ਖਤਰਾ ਹੁੰਦਾ। ਮਹਾਰਾਜ ਕਹਿਣ ਲੱਗੇ ਹਾਂਜੀ, ਜਾਂ ਤੇ ਤੁਮਕੋ ਭਇਓ ਕੁਸੌਨ। ਹਾਂਜੀ, ਮੁਸ਼ਕਲ ਮਹਾ ਪਹੁੰਚਬੇ ਭੌਨ। ਮਹਾਰਾਜ ਕਹਿਣ ਲੱਗੇ ਉਹੋ ਹੀ ਹੁਣ ਤੇਰੇ ਨਾਲ ਹੋਣਾ ਹੈ। ਆਖੋ ਵਾਹਿਗੁਰੂ। ਸਿੱਧੀ ਗੱਲ ਮਹਾਰਾਜ ਨੇ ਕਹੀ। ਮਹਾਰਾਜ ਕਹਿਣ ਲੱਗੇ ਹੁਣ ਤੂੰ ਵੀ ਇਕੱਲਾ ਹੋ ਗਿਆ ਤੇ ਤੇਰਾ ਘਰ ਪਹੁੰਚਣਾ ਔਖਾ ਹੋ ਜਾਣਾ। ਕਹਿਣ ਲੱਗੇ ਤੂੰ ਘਰ ਨਹੀਂ ਜਾ ਸਕਦਾ ਹੁਣ। ਇੱਕਦਮ ਸਾਰੇ ਸਿੱਖ ਹੈਰਾਨ ਹੋ ਗਏ। ਹਾਂਜੀ, ਸ਼੍ਰੀ ਗੁਰ ਨਾਨਕ ਕੋ ਕਰ ਅਗਮ। ਹਾਂਜੀ, ਇਹਾ ਨ ਚਲੈ ਸ਼ਤਰ ਕੋ ਸ਼ਦਮ। ਕਹਿੰਦਾ ਮਹਾਰਾਜ ਗੱਲ ਕੀ ਹੈ? ਮਹਾਰਾਜ ਕਹਿੰਦੇ ਅਸ਼ਰਫੀਆਂ ਦਾ ਜੋੜਾ ਜੁੜਿਆ ਹੀ ਰਹਿੰਦਾ ਤੇ ਤੂੰ ਵੀ ਬਚੇ ਰਹਿਣਾ ਸੀ, ਤੂੰ ਜੋੜਾ ਤੋੜ ਦਿੱਤਾ। ਅਸ਼ਰਫੀਆਂ ਤੋੜਤੀਆਂ, ਇੱਕ ਇੱਧਰ ਲੁਕਾ ਲਈ, ਇੱਕ ਇੱਧਰ ਸਾਹਮਣੇ ਕਰ ਦਿੱਤੀ ਹੈ। ਜੇ ਜੋੜਾ ਜੁੜਿਆ ਰਹਿੰਦਾ ਤੇ ਤੂੰ ਬਚੇ ਰਹਿਣਾ ਸੀ, ਹੁਣ ਤੂੰ ਜੋੜਾ ਨਖੇੜ ਦਿੱਤਾ। ਗੁਰੂ ਨਾਨਕ ਦੇ ਘਰ ਨਾਲ ਛਲ ਕਰਦਾ। ਮਹਾਰਾਜ ਕਹਿੰਦੇ ਹੁਣ ਇਹ ਛਲ ਪੂਰਾ ਨਹੀਂ ਹੋ ਨਿਭਣਾ, ਹੁਣ ਤੂੰ ਘਰ ਨਹੀਂ ਹੋ ਪਹੁੰਚਣਾ ਵਾਪਸ। ਹਾਂਜੀ, ਕਰਾਮਾਤ ਕਾਮਲ ਬਖਿਆਤੀ। ਹਾਂਜੀ, ਤਿਸ ਕੋ ਦੇਨ ਕਹਿਰ ਸਖਿਆਤੀ। ਮਹਾਰਾਜ ਕਹਿੰਦੇ ਇੱਥੇ ਤੇ ਕਰਾਮਾਤ ਹਮੇਸ਼ਾ ਹੀ ਪ੍ਰਗਟ ਹੈ। ਇੱਥੇ ਤਾਂ ਪ੍ਰਤੱਖ ਜਾਰੀ ਕਰਾਮਾਤ ਵਰਤਦੀ ਹੈ, ਤੇ ਤੂੰ ਸਾਡੇ ਨਾਲ ਹੀ ਛਲ ਕਰੀ ਜਾਂਦਾ, ਸਾਡੇ ਨਾਲ ਹੀ ਧੋਖਾ ਕਰੀ ਜਾਂਦਾ। ਜੇ ਗੀਦੀ ਚਿਤ ਚਾਹੇ ਕੋਏ। ਜਲ ਕਨ ਉਦਦ ਨਾ ਘਾਟੋ ਹੋਏ। ਮਹਾਰਾਜ ਕਹਿੰਦੇ ਸੁਣ ਲੈ, ਜੇ ਕੋਈ ਕਾਇਰ ਬੰਦਾ ਕਵੇ ਵੀ ਮੇਰੇ ਕੁਝ ਕੀਤਿਆਂ ਹੋ ਜਾਏਗਾ, ਕੱਖ ਨਹੀਂ ਹੁੰਦਾ। ਮਹਾਰਾਜ ਕਹਿਣ ਲੱਗੇ ਇੱਕ ਬੂੰਦ ਸਮੁੰਦਰ ਵਿੱਚੋਂ ਨਿਕਲ ਜਾਵੇ ਨਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਮੁੰਦਰ ਨਹੀਂ ਘਟਦਾ ਕਦੀ।
ਸਮੁੰਦਰ ਸਮੁੰਦਰ ਹੀ ਰਹਿੰਦਾ ਹੈ। ਹਾਂਜੀ, ਤੁਰਕ ਸੁਨਤ ਮਨ ਮੈਂ ਬਿਸਮਾਇਓ। ਉਹ ਖੋਜਾਂ ਅਨਵਰਖਾਂ ਦੇ ਰੰਗ ਹੀ ਉੱਡ ਗਏ ਜੀ। ਜਦੋਂ ਮਹਾਰਾਜ ਨੇ ਦੱਸਤਾ, ਇਹੋ ਚਾਹੁੰਦਾ ਸੀ ਵੀ ਜੇ ਪੂਰੇ ਨੇ, ਇੱਕ ਅਸ਼ਰਫੀ ਲੁਕਾਉਣਾ, ਦੂਜੀ ਦਿਖਾਉਣਾ, ਦੋਵੇਂ ਬੁੱਝਣ। ਮਹਾਰਾਜ ਨੇ ਦੋਵੇਂ ਬੁੱਝਤੀਆਂ, ਰੰਗ ਉੱਡ ਗਏ ਜੀ। ਹਾਂਜੀ, ਸ਼ਿਮਾ ਹੇਤ ਕਰ ਜੋਰ ਅਲਾਇਓ। ਉਸੇ ਵੇਲੇ ਹੱਥ ਜੋੜ ਲਏ ਜੀ ਇਹਨੇ। ਹੱਥ ਜੋੜ ਕੇ ਕਹਿਣ ਲੱਗਾ, ਧੰਨ ਧੰਨ ਪੂਰਨ ਗੁਰ ਅਹੋ। ਮਾਫੀ ਮੰਗਣ ਲੱਗਾ, ਮਹਾਰਾਜ ਤੁਸੀਂ ਤੇ ਧੰਨ ਹੋ, ਤੁਸੀਂ ਤੇ ਧੰਨ ਹੋ, ਸੱਚੇ ਪਾਤਸ਼ਾਹ ਤੁਸੀਂ ਤੇ ਪੂਰੇ ਹੋ। ਸਭ ਘਟ ਘਟ ਕੀ ਜਾਣਤ ਅਹੋ। ਤੁਸੀਂ ਤੇ ਮਹਾਰਾਜ ਘਟਾਂ ਘਟਾਂ ਦੀਆਂ ਜਾਣਦੇ ਹੋ, ਸਾਰਿਆਂ ਤੇ ਕਿਰਪਾ ਕਰਦੇ ਹੋ, ਮਿਹਰ ਕਰਦੇ ਹੋ। ਮਹਾਰਾਜ ਮੈਨੂੰ ਬਖਸ਼ ਦਿਓ। ਇਹ ਬੰਦੇ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ, ਜਿੰਨਾ ਚਿਰ ਤੱਕ ਕੁਝ ਵੇਖੇ ਨਾ ਉਹਨਾਂ ਚਿਰ ਤੱਕ ਭਰੋਸਾ ਨਹੀਂ ਤੇ ਵੱਜਦਾ। ਆਖੋ ਵਾਹਿਗੁਰੂ। ਜਿੰਨਾ ਚਿਰ ਤੱਕ ਕੁਝ ਵੇਖ ਨਹੀਂ ਲੈਂਦਾ ਉਹਨਾਂ ਚਿਰ ਤੱਕ ਭਰੋਸਾ ਨਹੀਂ ਵੱਜਦਾ। ਪਹਿਲਾਂ ਸਮਝਦਾ ਐਵੇਂ ਹਵਾਚੀ ਨੇ ਕਰਦੇ ਗੱਲਾਂ, ਪਰ ਫਿਰ ਜਦੋਂ ਕੁਝ ਵਿਖਾ ਦਿੰਦੇ ਆ ਨਾ ਅਗਲੇ, ਫਿਰ ਹੀ ਪਤਾ ਲੱਗਦਾ ਵੀ ਆ ਹੁਣ ਪਤਾ ਲੱਗਾ ਅਸਲੀ ਗੱਲ ਦਾ। ਹਾਂਜੀ, ਹੋਈ ਸੋ ਬਿਤੀ ਸ਼ਿਮਹੁ ਅਪਰਾਧੂ। ਕਹਿੰਦਾ ਮਹਾਰਾਜ ਜੋ ਹੋਣਾ ਸੀ ਹੋ ਗਿਆ, ਮੈਨੂੰ ਮਾਫ ਕਰ ਦਿਓ। ਕਹਿੰਦਾ ਹਾਂਜੀ, ਸਰਲ ਸੁਭਾਉ ਸਦਾ ਸਮ ਸਾਧੂ। ਮਹਾਰਾਜ ਤੁਹਾਡਾ ਤੇ ਬਿਲਕੁਲ ਸਿੱਧਾ ਹੀ ਸੁਭਾਅ ਹੈ, ਜੋ ਮੁਖ ਚਾਹੁੰਦਾ ਆਪ ਜੀ ਕਹਿੰਦੇ ਹੋ, ਸਾਧੂਆਂ ਵਾਲਾ ਸੁਭਾਅ ਹੈ। ਇਹਨੂੰ ਮੂਰਖ ਨੂੰ ਅਜੇ ਵੀ ਨਹੀਂ ਪਤਾ ਲੱਗਾ। ਜਿਹਨੇ ਅਸ਼ਰਫੀਆਂ ਵਾਲੀ ਗੱਲ ਬੁੱਝ ਲਈ ਹੈ, ਉਹ ਗੁਰੂ ਜੀ ਇਹ ਵੀ ਬੁੱਝਦੇ ਆ ਵੀ ਇਹ ਭੇਦ ਲੈਣ ਆਇਆ ਜੀ, ਪਰ ਅਜੇ ਉਹ ਗੱਲ ਫੇਰ ਨਹੀਂ ਬੁੱਝੀ। ਕਈ ਬੰਦੇ ਇਹੋ ਜਿਹੇ ਮੂਰਖ ਹੁੰਦੇ ਆ, ਬਾਰ ਵੀ ਸਾਹਮਣੇ ਵੀ ਕਲਾ ਵਰਤੇ, ਉਹਨਾਂ ਨੂੰ ਤਾਂ ਵੀ ਭਰੋਸਾ ਨਹੀਂ ਵੱਜਦਾ ਜੀ। ਹਾਂਜੀ, ਤਬ ਸਤ ਗੁਰ ਕੈ ਅਗਰ ਹਟਾਇਓ। ਹਾਂਜੀ, ਇੱਕ ਦਿਸ਼ ਮੈਂ ਕਹਿ ਤਾਹੇ ਬਿਠਾਇਓ। ਮਹਾਰਾਜ ਕਹਿੰਦੇ ਵੀ ਪਰਾਂ ਹੋ ਕੇ ਬਹਿ ਜਾ, ਇੱਕ ਪਾਸੇ ਹੋ ਜਾ। ਕਹਿੰਦਾ ਮਾਫੀ ਦੇ ਦਿਓ। ਮਹਾਰਾਜ ਨੇ ਨਹੀਂ ਕਿਹਾ ਵੀ ਅਸੀਂ ਤੈਨੂੰ ਮਾਫ ਕਰਤਾ ਜੀ, ਬਚਨ ਨਹੀਂ ਕੀਤਾ। ਮਹਾਰਾਜ ਕਹਿੰਦੇ ਇੱਕ ਪਾਸੇ ਹੋ ਕੇ ਬਹਿ ਜਾ। ਉਹ ਖੋਜਾ ਅਨਵਰ ਇੱਕ ਪਾਸੇ ਹੋ ਕੇ ਬੈਠ ਗਿਆ ਜੀ। ਹਾਂਜੀ, ਸੰਗਤ ਕੁਸ਼ਕਤ ਬੈ ਚਲ ਆਈ। ਉਹਨੇ ਚਿਰ ਨੂੰ ਕੁਝ ਸੰਗਤ ਮਹਾਰਾਜ ਦੇ ਚਰਨਾਂ ਵਿੱਚ ਆਈ, ਦਰਸ਼ਨ ਕਰਨ ਭੇਟ ਬਹੁ ਲਿਆਈ। ਤੇ ਦਰਸ਼ਨ ਕਰਨ ਵਾਸਤੇ ਵੀ ਆਈ ਸੀ, ਤੇ ਬੜੀਆਂ ਭੇਟਾਵਾਂ ਵੀ ਲੈ ਕੇ ਆਈ ਉਹ ਸੰਗਤ। ਕਰ ਕਰ ਬੰਧਨ ਅਗਰ ਚੜਾਵੇ। ਮੱਥੇ ਟੇਕੇ ਬੜੇ ਦੀ ਸੰਗਤਾਂ ਨੇ, ਮੱਥਾ ਟੇਕਦੀਆਂ ਨੇ, ਭੇਟਾਵਾਂ ਚੜਾਉਂਦੀਆਂ ਨੇ ਸੰਗਤਾਂ। ਜੋਰਤ ਹਾਥ ਕਾਮਨਾ ਪਾਵੇ। ਹੱਥ ਜੋੜ ਜੋੜ ਕੇ ਸੰਗਤਾਂ ਅਰਦਾਸਾਂ ਕਰ ਰਹੀਆਂ ਨੇ, ਤੇ ਮੂੰਹ ਮੰਗੇ ਫਲ ਉਹਨਾਂ ਨੂੰ ਗੁਰੂ ਜੀ ਦੇ ਰਹੇ ਨੇ ਜੀ। ਸ਼ਸਤਰ ਬਸਤਰ ਭੂਖਣ ਨਗ ਜਰੇ। ਸ਼ਸਤਰ ਬਸਤਰ, ਬੜੇ ਬੜੇ ਗਹਿਣੇ। ਹਾਂਜੀ, ਅਨੇਕ ਤੁਰੰਗਮ ਕੀਨ ਸਖਰੇ। ਤੇ ਬੜੇ ਬੜੇ ਘੋੜੇ ਗੁਰਸਿੱਖਾਂ ਨੇ ਭੇਟਾ ਕੀਤੇ ਜੀ। ਹਾਂਜੀ, ਸ਼ਸਤਰ ਬਸਤਰ ਭੇਟਾ ਕੀਤੇ, ਗਹਿਣੇ ਭੇਟਾ ਕੀਤੇ ਜੀ ਸਿੱਖਾਂ ਨੇ। ਜਬੈ ਅਕੋਰਨ ਲੱਗੇ ਅੰਬਾਰੂ। ਖੋਜਾ ਅਨਵਰ ਖਾਂ ਇੱਕ ਪਾਸੇ ਬੈਠਾ ਵੇਖਣ ਦਿਆ, ਭੇਟਾਵਾਂ ਦੇ ਢੇਰ ਲੱਗ ਗਏ ਜੀ। ਆਖੋ ਵਾਹਿਗੁਰੂ। ਭੇਟਾਵਾਂ ਦੇ ਢੇਰ ਲੱਗ ਗਏ ਜੀ। ਹਾਂਜੀ, ਔਰ ਬਿਸਮਾਨਿਓ ਤੁਰਕ ਉਧਾਰੂ। ਉਦਾਰੂ। ਉਹ ਫਿਰ ਤੁਰਕ ਹੈਰਾਨ ਹੋ ਗਿਆ ਜੀ। ਖੋਜਾ ਅਨਵਰ ਖਾਂ, ਇਹ ਚੰਗਾ ਕੰਮ ਹੈਗਾ, ਮਿੰਟਾਂ 'ਚ ਹੀ ਢੇਰ ਲੱਗ ਗਏ ਹੈ। ਹਾਂਜੀ, ਸ਼ਾਹ ਮੁਲਕ ਮਾਲਕ ਜੋ ਹੈ। ਵੀ ਬਾਦਸ਼ਾਹ, ਕਿਉਂ ਬਾਦਸ਼ਾਹ ਦੀ ਨੌਕਰੀ ਜੋ ਕਰਦਾ ਹੈ, ਤੇ ਜਿਹੜਾ ਜਿਹਦੀ ਨੌਕਰੀ ਕਰੇ ਉਹਨੇ ਉਹਦੀ ਗੱਲ ਕਰਨੀ ਹੈ। ਉਹ ਕਹਿੰਦਾ ਵੀ ਬਾਦਸ਼ਾਹ ਭਾਵੇਂ ਸਾਰੇ ਦੇਸ਼ ਦਾ ਹੀ ਮਾਲਕ ਹੈਗਾ। ਹਾਂਜੀ, ਏਤੋ ਧਨ ਨਿਤ ਪ੍ਰਤ ਨਹਿ ਲਹੈ। ਪਰ ਇੰਨੀ ਮਾਇਆ ਤਾਂ ਉਹਨੂੰ ਵੀ ਨਹੀਂ ਚੜਦੀ। ਆਖੋ ਵਾਹਿਗੁਰੂ। ਉਹ ਮਿੰਟਾਂ 'ਚ ਹੀ ਢੇਰ ਲੱਗ ਗਏ ਨਾ ਜੀ, ਮਿੰਟਾਂ 'ਚ ਹੀ ਢੇਰ ਲੱਗ ਗਏ, ਗਹਿਣੇ ਸ਼ਸਤਰ ਹਥਿਆਰ, ਮਿੰਟਾਂ 'ਚ ਹੀ ਢੇਰ ਲੱਗ ਗਏ। ਉਹ ਬੜਾ ਹੈਰਾਨ ਹੋਵੇ ਵੀ ਕਮਾਲ ਹੋ ਗਈ, ਇੰਨੀਆਂ ਭੇਟਾਵਾਂ। ਹੁਣ ਸੱਚ ਹੈ, ਇਸ ਦੇਸ਼ ਦਾ ਭਾਵੇਂ ਪ੍ਰਧਾਨ ਮੰਤਰੀ ਹੈ,
ਉਹਨੂੰ ਮਿਲਣ ਵਾਸਤੇ ਲੋਕ ਲਾਈਨਾਂ 'ਚ ਨਹੀਂ ਤੇ ਲੱਗਦੇ, ਉਹਨੂੰ ਚੜਾਵੇ ਨਹੀਂ ਤੇ ਚੜ੍ਹਦੇ। ਤੇ ਧੰਨ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਵੇਖੋ ਜੀ, ਸਿੱਧੀ ਜੀ ਗੱਲ ਹੈਗੀ ਜੀ। ਆਖਰ ਕੁਝ ਮਿਲਦਾ ਲੋਕਾਂ ਨੂੰ ਤਾਂ ਹੀ ਆਉਂਦੇ ਆ ਨਾ ਜੀ। ਹਾਂਜੀ। ਜਬਰੀ ਕਰਹਿ ਪ੍ਰਜਾ ਤੇ ਲੇਤ, ਖੋਜਾ ਅਨਵਰ ਖਾਂ ਪਾਸੇ ਬੈਠਾ ਸੋਚਣ ਦਿਆ ਕਿ ਬਾਦਸ਼ਾਹ ਧੱਕੇ ਨਾਲ ਮਾਇਆ ਲੈਂਦਾ ਜੀ। ਆਖੋ ਵਾਹਿਗੁਰੂ। ਬਾਦਸ਼ਾਹ ਧੱਕੇ ਦੇ ਨਾਲ ਮਾਇਆ ਲੈਂਦਾ। ਹਾਂਜੀ। ਦੁਖੀ ਹੋਏ ਜੇ ਤਕ ਨਰ ਦੇਤ, ਤੇ ਲੋਕ ਦੁਖੀ ਹੋ ਕੇ ਉਹਨੂੰ ਮਾਇਆ ਦਿੰਦੇ ਜੀ। ਟੈਕਸ ਲੈਂਦਾ ਬਾਦਸ਼ਾਹ, ਤੇ ਕਿਹੜਾ ਬੰਦਾ ਜਿਹੜਾ ਖੁਸ਼ੀ ਨਾਲ ਟੈਕਸ ਭਰੇ ਜੀ, ਦੁਖੀ ਹੋ ਕੇ ਦਿੰਦੇ ਜੀ। ਹਾਂਜੀ। ਧਨੀ ਕੇ ਰੰਕ ਇਹਾ ਤਨ ਲਿਆਵੇ, ਤੇ ਗਰੀਬ ਅਮੀਰ ਇੱਥੇ ਸਾਰੇ ਹੀ ਆ ਕੇ ਮਾਇਆ ਦੇਂਦੇ। ਹਾਂਜੀ। ਅਰਪ ਆਨੰਦਤ ਸੀਸ ਨਿਵਾਵੇ, ਖੋਜਾ ਅਨਵਰਖਾਂ ਸੋਚਦਾ ਵੀ ਬਾਦਸ਼ਾਹ ਨੂੰ ਤੇ ਲੋਕ ਦੁਖੀ ਹੋ ਕੇ ਮਾਇਆ ਦਿੰਦੇ ਆ, ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਇਆ ਵੀ ਦੇਂਦੇ ਤੇ ਖੁਸ਼ ਵੀ ਹੋਂਦੇ ਤੇ ਮੱਥੇ ਵੀ ਟੇਕਣ ਦੇ ਆ। ਆਖੋ ਸ੍ਰੀ ਵਾਹਿਗੁਰੂ। ਸਾਡੇ ਪਿਆਰ ਵਾਲੀ ਇੱਕ ਸਿੱਖ ਨੇ ਤੇ ਆ ਮੂਦਲਾਂ ਲਾਗੇ ਉਹਨਾਂ ਦੀ ਕਰੋੜ ਰੁਪਏ ਦੀ ਥਾਂ ਵਿਕੀ ਜੀ। ਉਹਨਾਂ ਨੇ ਨਾ ਜੀ ਦਸਵੰਧ ਕੱਢਿਆ ਉਹਦਾ ਜੀ। ਹਾਂਜੀ। ਦਸਵੰਧ ਕੱਢਿਆ ਉਹਦਾ ਤੇ ਖੁੱਲਾ ਦਸਵੰਧ ਬਣਿਆ ਜੀ ਉਹਦਾ। ਹਾਂਜੀ। ਤੇ ਮੈਨੂੰ ਦੱਸਣ ਵਾਲਾ ਸਿੱਖ ਦੱਸ ਰਿਹਾ ਹੈ ਵੀ 20 ਲੱਖ ਰੁਪਈਆ ਪਾਸੇ ਕੱਢਤਾ ਉਹਨਾਂ ਨੇ, ਦਸਵੰਧ ਕੱਢ ਕੇ ਕਰੋੜ ਰੁਪਏ ਦਾ। ਤੇ ਉਹ ਕਹਿੰਦਾ ਵੀ ਮੈਂ ਇਹਦੇ ਗੁਰੂ ਰਾਮਦਾਸ ਜੀ ਨੂੰ ਬਸਤਰ ਹੀ ਭੇਟ ਕਰਨੇ ਆ। ਉਹ ਇੱਕ ਮੇਰੇ ਵਰਗਾ ਲੱਗ ਗਿਆ ਸੀ, ਉਹ ਕਹਿੰਦਾ ਹੋਰ ਕੁਝ ਚੜਾਓ, ਰੁਮਾਲਿਆਂ ਦੀ ਉੱਥੇ ਕਮੀ ਹੈਗੀ ਹੈ। ਉਹ ਕਹਿੰਦਾ ਮੇਰਾ ਫੁਰਨਾ ਹੈ, ਮੇਰਾ ਫੁਰਨਾ ਹੈ। ਹਾਂਜੀ। ਕਹਿਣ ਦਾ ਇਹ ਭਾਵ ਹੈ ਵੀ ਸਿੱਖ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਜੀ। 20 ਲੱਖ ਰੁਪਈਆ ਦਸਵੰਧ ਕੱਢ ਕੇ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਜੀ। ਖੋਜਾ ਅਨਵਰਖਾਂ ਸੋਚ ਰਿਹਾ ਵੀ ਕਮਾਲ ਹੋ ਗਈ, ਗੁਰੂ ਜੀ ਨੂੰ ਲੋਕ ਖੁਸ਼ ਹੋ ਕੇ ਮਾਇਆ ਦੇਂਦੇ ਆ। ਹਾਂਜੀ। ਕਰ ਜੋਰਤ ਪੁਨ ਬਿਨੈ ਬਖਾਨੇ, ਨਾਲੇ ਤੇ ਮਾਇਆ ਦਿੰਦੇ ਆ, ਨਾਲੇ ਮੱਥਾ ਟੇਕਣ ਦੇ ਆ, ਤੇ ਨਾਲੇ ਹੱਥ ਜੋੜਨ ਦੇ ਆ। ਆਪਾਂ ਵੀ ਜੋੜੀਏ। ਆਖੋ ਵਾਹਿਗੁਰੂ। ਵਾਹਿਗੁਰੂ। ਨਾਲ ਹੱਥ ਜੋੜਦੇ ਆ, ਬੇਨਤੀਆਂ ਕਰਦੇ, ਤਰਲੇ ਲੈਂਦੇ ਆ। ਯਾ ਖੁਦਾਏ ਤਨ ਆਏ ਮਹਾਨੇ, ਤੇ ਇਹ ਕਹਿੰਦੇ ਮਹਾਰਾਜ ਹੋਰ ਮਾਇਆ ਆਵੇ, ਕਿਰਪਾ ਕਰ ਦਿਓ। ਉਹ ਸੋਚਣ ਦਿਆ ਖੋਜਾ ਅਨਵਰ ਖਾਂ ਵੀ ਹੇ ਖੁਦਾ ਇੰਨੀ ਮਾਇਆ ਗੁਰੂ ਸਾਹਿਬ ਨੂੰ ਆ ਰਹੀ ਹੈ। ਹਾਂਜੀ। ਇਤਿਆਦਿਕ ਬਹੁਰੀ ਦੇ ਵਿਚਾਰਾ, ਇਸ ਤਰੀਕੇ ਨਾਲ ਅਨਵਰ ਖਾਂ ਇੱਕ ਪਾਸੇ ਬੈਠਾ ਹੀ ਸੋਚਾਂ ਸੋਚੀ ਜਾਣ ਆ ਜੀ। ਹਾਂਜੀ। ਤਬਲੋ ਏਕ ਸਿੱਖ ਸੁਨਿਆਰਾ, ਉਹਨੇ ਚਿਰ ਨੂੰ ਨਾ ਜੀ ਸੋਨੇ ਦਾ ਕੰਮਕਾਰ ਕਰਨ ਵਾਲਾ ਇੱਕ ਸਿੱਖ ਮਹਾਰਾਜ ਦੇ ਕੋਲ ਆਇਆ ਜੀ। ਬਾਹਰੀ ਤੌਰ ਤੇ ਆਪਾਂ ਸੁਨਿਆਰਾ ਸ਼ਬਦ ਵਰਤ ਲੈਂਦੇ ਆ ਜੀ। ਹਾਂਜੀ। ਅਚਰਜ ਚੌਪਰ ਤਰਿਓ ਅਗਾਰੀ, ਉਹਨੇ ਇੱਕ ਚੌਪੜ ਬਣਾਈ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹਨੇ ਇੱਕ ਚੌਪੜ ਬਣਾਈ ਜੀ। ਉਹ ਚੌਪੜ ਖੋਲ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖੀ ਜੀ। ਬਸਤਰ ਬਚਿੱਤਰ ਰਚਿਓ ਚਿਤਕਾਰੀ, ਉਹ ਬੜੇ ਵਧੀਆ ਬਸਤਰ ਦੇ ਉੱਤੇ ਚੌਪੜ ਬਣਾਈ ਹੋਈ ਸੀਗੀ ਜੀ। ਹਾਂਜੀ। ਦਲ ਕੰਚਨ ਕੇ ਨਗ ਵਿੱਚ ਜਰੇ, ਤੇ ਚੌਪੜ ਦੇ ਚਾਰੇ ਪਾਸੇ ਨਾ ਜੀ, ਚਾਰੇ ਪਾਸੇ ਸੋਨਾ ਲਾ ਕੇ ਤੇ ਵਿੱਚ ਨਗ ਜੜੇ ਹੋਏ ਸੀਗੇ ਜੀ। ਹਾਂਜੀ। ਤੁਹਾਡੇ ਚੋਂ ਤੁਸੀਂ ਸਿਆਣੇ ਬੈਠੇ ਚੌਪੜ ਵੇਖੀ ਹੋਏਗੀ ਜੀ। ਹਾਂਜੀ। ਅਨੇਕ ਰੰਗ ਕੇ ਦੀਪਤ ਖਰੇ, ਤੇ ਉਹ ਨਗ ਬੜੇ ਰੰਗ ਬਰੰਗੇ, ਕੋਈ ਲਾਲ ਰੰਗ ਦਾ, ਕੋਈ ਗੁਲਾਬੀ ਰੰਗ ਦਾ, ਕੋਈ ਚਿੱਟਾ, ਕੋਈ ਨੀਲਾ। ਬੜਾ ਸੋਹਣਾ ਉਸ ਚੌਪੜ ਦਾ ਬਾਰਡਰ ਬਣਿਆ ਜੀ। ਹਾਂਜੀ। ਚਾਮੇ ਕਰ ਕੀ ਨਰਦ ਵਿਸਾਲਾ, ਫਿਰ ਨਰਦਾਂ ਜਿਹੜੀਆਂ ਚੌਪੜ ਚ ਪਾਉਣੀਆਂ ਜੀ। ਹਾਂਜੀ। ਜਿਵੇਂ ਬੱਚੇ ਲੁੱਡੋ ਖੇਲਦੇ ਆ, ਗੀਟੇ ਸੁੱਟਦੇ ਆ, ਉਸੇ ਤਰ੍ਹਾਂ ਜਿਹੜੀਆਂ ਨਰਦਾਂ ਹੁੰਦੀਆਂ ਨੇ ਚੌਪੜ ਦੀਆਂ, ਉਹ ਸੋਨੇ ਦੀਆਂ ਬਣੀਆਂ ਹੋਈਆਂ ਹੈਗੀਆਂ ਜੀ। ਨਰਦਾਂ ਵੀ ਸੋਨੇ ਦੀਆਂ ਜੀ ਉਹਦੀਆਂ। ਹਾਂਜੀ।
ਚੂਨੀ ਜਰੀ ਜਿਨਹੋ ਮਹਿ ਜਾਲਾ। ਉਹਨਾਂ ਵਿੱਚ ਨਾ ਰਤਨਾ ਨਿੱਕੇ ਨਿੱਕੇ ਹੀਰਿਆਂ ਦੇ ਟੋਟੇ ਜੜੇ ਹੋਏ ਸੀ ਉਹਨੇ ਜੀ। ਸੁਨਿਆਰੇ ਉਸ ਸਿੱਖ ਦਾ ਨਾ ਜੀ ਕੋਈ ਕਾਰਜ ਪੂਰਾ ਹੋਇਆ ਸੀਗਾ, ਉਹਨੇ ਬੜੀ ਭਾਵਨਾ ਦੇ ਨਾਲ ਇਹ ਸਾਰਾ ਕੁਝ ਆਪ ਬਣਾਇਆ ਜੀ। ਹਾਂਜੀ, ਬਹੁਤ ਮੋਲ ਕੇ ਬਨਿਓ ਅਜਾਇਬ। ਬੜਾ ਮਹਿੰਗੀ ਚੌਪੜ ਬਣੀ ਤੇ ਬੜੀਆਂ ਮਹਿੰਗੀਆਂ ਨਰਦਾਂ ਬਣੀਆਂ ਜੀ, ਤੇ ਵਿਚਿੱਤਰ ਸਨ। ਹੁਣ ਇਹੋ ਜੀ ਚੌਪੜ ਤੇ ਕਦੀ ਬਾਦਸ਼ਾਹ ਨੇ ਵੀ ਨਹੀਂ ਖੇਡੀ। ਆਖੋ ਵਾਹਿਗੁਰੂ। ਜਿਹਦੀਆਂ ਨਰਦਾਂ ਹੀ ਸੋਨੇ ਦੀਆਂ, ਸਾਧ ਸੰਗਤ ਜੀ। ਹਾਂਜੀ, ਅਰਪਿਓ ਆਨ ਅਗਰ ਗੁਰ ਸਾਹਿਬ। ਬੜੇ ਪਿਆਰ ਨਾਲ ਉਹਨੇ ਮਹਾਰਾਜ ਨੂੰ ਭੇਟਾ ਕੀਤੀ ਜੀ। ਉਹ ਚੌਪੜ ਖੋਲ ਕੇ ਨਰਦਾਂ ਅੱਗੇ ਰੱਖੀਆਂ, ਮਹਾਰਾਜ ਨੂੰ ਭੇਟਾ ਕੀਤੀ। ਸੋ ਦੇਖਤ ਇਕੱਠਿਓ ਕਰਵਾਇਓ। ਮਹਾਰਾਜ ਨੇ ਉਹ ਚੌਪੜ ਵੇਖੀ ਤੇ ਇੱਕ ਸਿੱਖ ਨੂੰ ਕਿਹਾ ਵੀ ਇਹਨੂੰ ਤੈਅ ਕਰ ਦੋ, ਇਕੱਠੀ ਹੋ ਜਾਂਦੀ ਜੀ ਉਹ। ਹਾਂਜੀ, ਲੈ ਪ੍ਰਭ ਜਾਨੂ ਤਰੇ ਟਿਕਾਇਓ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹ ਚੌਪੜ ਇਕੱਠੀ ਕਰਵਾ ਕੇ ਨਾ ਜੀ ਆਪਣੇ ਗੋਡੇ ਦੇ ਲਾਗੇ ਰਖਾ ਲਈ ਜੀ, ਜਿੱਥੇ ਚੌਂਕੜਾ ਮਾਰਿਆ ਸੀ। ਹਾਂਜੀ, ਜਬ ਸਭ ਸੰਗਤ ਦਰਸ਼ਨ ਕੀਨ। ਸਾਰੀਆਂ ਸੰਗਤਾਂ ਨੇ ਦਰਸ਼ਨ ਕਰ ਲਏ ਨਾ ਜੀ ਜਦੋਂ ਮਹਾਰਾਜ ਦੇ। ਸਰਬ ਅਕੋਰ ਅਰਪ ਕਰ ਦੀਨ। ਸਾਰਿਆਂ ਨੇ ਭੇਟਾਵਾਂ ਵੀ ਦੇ ਦਿੱਤੀਆਂ, ਵਸਤੂਆਂ ਵੀ ਮਹਾਰਾਜ ਨੂੰ ਦੇ ਦਿੱਤੀਆਂ। ਬੈਠੇ ਮਨੋ ਕਾਮਨਾ ਪਾਏ। ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਬੈਠੀਆਂ ਨੇ ਸਾਰੀਆਂ। ਹਾਂਜੀ, ਤਬ ਅਨਵਰ ਬੋਲਿਓ ਇਸ ਭਾਏ। ਤੇ ਅਨਵਰ ਖਾਂ ਮਹਾਰਾਜ ਗਰੀਬ ਨਵਾਜ ਜੀ ਨੂੰ ਇਸ ਤਰ੍ਹਾਂ ਕਹਿਣ ਲੱਗਾ, ਸੁਣੋ ਪੀਰ ਕਿਆ ਮਨ ਮੈਂ ਭਾਇਓ। ਹਾਂਜੀ, ਬੇਰੁਖ ਤੋਰ ਹਮੇ ਦਿਖਰਾਇਓ। ਆਖੋ ਵਾਹਿਗੁਰੂ। ਉਹ ਪਤਾ ਕੀ ਕਹਿਣ ਲੱਗਾ? ਕਹਿੰਦਾ ਪੀਰ ਜੀ ਕੀ ਗੱਲ, ਬੜੀ ਬੇਰੁਖੀ ਧਾਰਨ ਕੀਤੀ ਮੇਰੇ ਤੇ। ਹਾਂਜੀ, ਮਿਲਤੇ ਪ੍ਰੀਤ ਸਮੇਤ ਹਮੇਸ਼। ਆਪ ਜੀ ਅੱਗੇ ਵੀ ਮਿਲਦੇ ਸੀ, ਪਰ ਤੁਸੀਂ ਉਦੋਂ ਬੜੇ ਪਿਆਰ ਨਾਲ ਮਿਲਦੇ ਹੁੰਦੇ ਸੀ ਮੈਨੂੰ। ਹਾਂਜੀ, ਦੇਨ ਲੈਨ ਕਰ ਕਾਰ ਅਸ਼ੇਸ਼। ਤੇ ਬੜੇ ਕੰਮ ਪੈਂਦੇ ਰਹੇ ਮੈਨੂੰ ਤੁਹਾਡੇ ਨਾਲ। ਤੁਸੀਂ ਹਮੇਸ਼ਾ ਹੀ ਮੈਨੂੰ ਪ੍ਰੇਮ ਨਾਲ ਮਿਲਦੇ ਰਹੇ ਤੇ ਵੇਖੋ, ਨਾਲੇ ਤੇ ਬੰਦਾ ਕਹਿੰਦਾ ਵੀ ਮੈਂ ਧੋਖਾ ਦੇਵਾਂ, ਤੇ ਨਾਲੇ ਕਹਿੰਦਾ ਵੀ ਸਾਹਮਣੇ ਵਾਲਾ ਮੇਰਾ ਸਤਿਕਾਰ ਵੀ ਪੂਰਾ ਕਰੇ। ਆਖੋ ਵਾਹਿਗੁਰੂ। ਵਾਹਿਗੁਰੂ। ਇਸ ਤਰ੍ਹਾਂ ਤਾਂ ਨਹੀਂ ਨਾ ਹੋ ਸਕਦਾ। ਇੱਕ ਤਾਂ ਤੂੰ ਧੋਖਾ ਕਰਨੇ ਆ। ਅੱਜ ਦੁਨੀਆ ਇਹੋ ਕੁਝ ਹੀ ਹੈ। ਉਹ ਚਾਹੁੰਦੇ ਆ ਵੀ ਅਸੀਂ ਇਹਦੀਆਂ ਜੜ੍ਹਾਂ ਵੀ ਵੱਢੀਏ, ਅਸੀਂ ਇਹਨੂੰ ਬੇਇੱਜ਼ਤ ਕਰੀਏ, ਇਹਨੂੰ ਪਤਾ ਵੀ ਲੱਗ ਜਾਵੇ, ਪਰ ਇਹ ਉਂਝ ਹੀ ਸਾਨੂੰ ਮੱਥੇ ਟੇਕੇ। ਆਖੋ ਵਾਹਿਗੁਰੂ। ਵਾਹਿਗੁਰੂ। ਇੰਜ ਥੋੜੀ ਹੁੰਦਾ ਜੀ। ਇਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਅੱਗੇ ਤੇ ਮੇਰੇ ਨਾਲ ਬੜਾ ਪਿਆਰ ਕਰਦੇ ਹੁੰਦੇ ਸੀ ਜਦੋਂ ਮੈਂ ਆਉਣਾ ਸਾਂ, ਤੇ ਅੱਜ ਤੁਸੀਂ ਮਹਾਰਾਜ ਮੇਰੇ ਵੱਲ ਵੇਖਣ ਹੀ ਨਹੀਂ ਰਹੇ, ਮੇਰੇ ਵੱਲ ਵੇਖ ਹੀ ਨਹੀਂ ਰਹੇ। ਸੱਚੇ ਪਾਤਸ਼ਾਹ ਅੱਜ ਕੀ ਗੱਲ ਹੈਗੀ ਹੈ? ਹਾਂਜੀ, ਅਬ ਕੇ ਲਈ ਨਜ਼ਰ ਭੀ ਨਹੀਂ। ਇਸ ਵਾਰ ਮੈਨੂੰ ਵੇਖਿਆ ਵੀ ਨਹੀਂ ਚੰਗੀ ਤਰ੍ਹਾਂ, ਤੇ ਅੱਗੇ ਤੂੰ ਕਿਹੜਾ ਭੇਦ ਲੈਣ ਆਉਂਦਾ ਸਾਂ? ਅੱਗੇ ਛਲ ਕਰਨ ਥੋੜੀ ਆਉਂਦਾ ਸਾਂ। ਹਾਂਜੀ, ਅਪਰ ਬਾਤ ਕਰਨੀ ਕਿਤ ਰਹੀ। ਗੱਲ ਕਰਨੀ ਤੇ ਇੱਕ ਪਾਸੇ ਰਹੀ। ਇਸ ਵਾਰ ਤੇ ਸਤਿਗੁਰੂ ਜੀ ਤੁਸੀਂ ਮੇਰੇ ਵੱਲ ਵੇਖਿਆ ਹੀ ਨਹੀਂ। ਵੇਖੋ, ਬੰਦਾ ਇਹ ਨਹੀਂ ਚਾਹੁੰਦਾ ਵੀ ਮੈਂ ਮਨ ਸ਼ੁੱਧ ਕਰਾਂ, ਆਪ ਮੈਂ ਉਹੋ ਜਿਹਾ ਰਵਾਂ, ਪਰ ਮੇਰੀ ਜੀ ਹਜ਼ੂਰੀ ਪੂਰੀ ਹੋਵੇ ਜੀ। ਆਖੋ ਵਾਹਿਗੁਰੂ। ਏਦਾਂ ਫਿਰ ਥੋੜੀ ਹੋ ਸਕਦਾ ਜੀ। ਹਾਂਜੀ, ਗਨ ਰੰਕਨ ਕੀ ਦ੍ਰਿਸ਼ ਰੁਖ ਕਰੋ। ਸੱਚੇ ਪਾਤਸ਼ਾਹ ਗਰੀਬਾਂ ਵੱਲ ਵੀ ਵੇਖੋ, ਨਿਮਰਤਾ ਵੀ ਪੂਰੀ ਵਿਖਾ ਰਿਹਾ ਜੀ। ਲੈ ਲੈ ਨਜ਼ਰ ਸੰਭਾਰਨ ਧਰੋ। ਮਹਾਰਾਜ ਬੜੇ ਬੜੇ ਆਮ ਲੋਕਾਂ ਵੱਲ ਤੁਸੀਂ ਵੇਖ ਰਹੇ ਹੋ, ਤੇ ਉਹਨਾਂ ਕੋਲ ਵਸਤੂਆਂ ਲੈ ਕੇ ਇੱਕ ਪਾਸੇ ਰੱਖ ਰਹੇ ਹੋ। ਕਹਿ ਸ਼੍ਰੀ ਹਰਿ ਗੋਬਿੰਦ ਸੁਜਾਨਾ। ਹੁਣ ਬੜੇ ਧਿਆਨ ਨਾਲ ਸੁਣਿਓ। ਆਖੋ ਸ੍ਰੀ ਵਾਹਿਗੁਰੂ। ਸ਼੍ਰੀ ਵਾਹਿਗੁਰੂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੁਜਾਨਾ ਸਿਆਣੇ ਹਨ। ਮਹਾਰਾਜ ਤੋਂ ਵੱਡਾ ਕੌਣ ਹੈਗਾ ਜੀ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਸੁਨਹੁ ਖਾਨ ਸਭ ਕਰੇ ਬਖਾਨਾ। ਮਹਾਰਾਜ ਕਹਿਣ ਲੱਗੇ, ਅਨਵਰ ਖਾਨ ਸੁਣ,
ਅਸੀਂ ਨਹੀਂ ਕਹਿੰਦੇ, ਸਾਰੇ ਇਹ ਗੱਲ ਕਹਿੰਦੇ ਆ। ਹਾਂਜੀ ਰੀਤ ਪ੍ਰੀਤ ਕੀ ਸਮ ਪੈ ਪਾਨੀ, ਹਾਂਜੀ ਮਿਲਤ ਹੋਤ ਹੈ ਏਕ ਸਮਾਨੀ। ਵੀ ਪ੍ਰੀਤ ਦੀ ਰੀਤ ਹੈ ਨਾ ਜਿਹੜੀ, ਦੋ ਬੰਦਿਆਂ ਦਾ ਪ੍ਰੇਮ ਹੈ ਜਿਹੜਾ, ਉਹ ਇਸ ਤਰ੍ਹਾਂ ਹੈ ਵੀ ਇੱਕ ਦਾ ਦੁੱਧ ਤੇ ਇੱਕ ਦਾ ਪਾਣੀ। ਤੇ ਜਿਵੇਂ ਦੁੱਧ ਤੇ ਪਾਣੀ ਮਿਲ ਜਾਵੇ, ਇੱਕੋ ਜਿੱਕੇ ਹੋ ਜਾਂਦੇ ਆ, ਇੱਕੋ ਹੀ ਬਣ ਜਾਂਦਾ ਜੀ। ਦੁੱਧ ਪਾਣੀ, ਦੁੱਧ 'ਚ ਪਾਣੀ ਪੈ ਜਾਵੇ, ਉਹ ਦੁੱਧ ਦਾ ਹੀ ਰੂਪ ਹੋ ਜਾਂਦਾ ਜੀ। ਹਾਂਜੀ ਜਬ ਮੇਲੇ ਕੋ ਕਪਟ ਖਟਾਈ। ਮਹਾਰਾਜ ਕਹਿੰਦੇ ਵੇਖ ਕਿੱਡਾ ਸੋਹਣਾ ਮੇਲਾ ਬਣਿਆ ਜੀ। ਪਾਣੀ ਆ ਕੇ ਦੁੱਧ 'ਚ ਮਿਲਿਆ, ਦੁੱਧ ਨੇ ਉਹਨੂੰ ਆਪਣਾ ਰੂਪ ਦੇ ਦਿੱਤਾ। ਪਰ ਜੇ ਕੋਈ ਉਸੇ ਦੁੱਧ ਦੇ ਵਿੱਚ ਕਾਂਜੀ ਪਾ ਦੇਵੇ, ਤੇ ਕਾਂਜੀ ਦੀ ਛਿੱਟ ਪਾ ਦੇਵੇ, ਹਾਂਜੀ, ਲੱਗੈ ਨਾ ਬਿਲਮ ਤੁਰਤ ਬਿਲਗਾਈ। ਤੇ ਫਿਰ ਕੀ ਹੁੰਦਾ ਜੀ? ਉਹ ਦੁੱਧ ਫੁੱਟ ਜਾਂਦਾ ਜੀ। ਜੇ ਤੇ ਦੁੱਧ 'ਚ ਪਾਣੀ ਪੈ ਜਾਵੇ, ਦੁੱਧ ਖਰਾਬ ਨਹੀਂ ਹੁੰਦਾ, ਦੁੱਧ ਫਿਰ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ। ਪਰ ਜੇ ਉਸੇ ਦੁੱਧ ਵਿੱਚ ਕੋਈ ਨਿੰਬੂ ਨਿਚੋੜ ਦਵੇ, ਉਸੇ ਦੁੱਧ 'ਚ ਕੋਈ ਕਾਂਜੀ ਪਾ ਦਵੇ, ਮਹਾਰਾਜ ਕਹਿੰਦੇ ਦੁੱਧ ਫੁੱਟ ਜਾਂਦਾ। ਇਹੋ ਹੀ ਪ੍ਰੇਮ ਦੀ ਗੱਲ ਹੈਗੀ ਸਾਧ ਸੰਗਤ ਜੀ। ਹਾਂਜੀ ਬਹੁਰ ਨਾ ਮਿਲੇ ਅਨੇਕ ਯਤਨ ਤੇ। ਉਹ ਫਿਰ ਅਨੇਕ ਯਤਨ ਹੋਣ ਨਾ, ਬੰਦਾ ਕੋਸ਼ਿਸ਼ ਕਰੇ ਵੀ ਫਿਰ ਦੁੱਧ ਹੀ ਬਣ ਜਾਵੇ। ਤੇ ਤੁਸੀਂ ਦੱਸੋ, ਮਾਈਆਂ ਸਿਆਣੀਆਂ ਬੈਠੀਆਂ 'ਚ ਜਿਹੜਾ ਦੁੱਧ 'ਚ ਇੱਕ ਵਾਰੀ ਨਿੰਬੂ ਨਿਚੋੜਤਾ ਤਾਂ ਫਟ ਗਿਆ, ਉਹ ਮੁੜ ਦੁੱਧ ਬਣ ਸਕਦਾ ਜੀ? ਉਹ ਮੁੜ ਦੁੱਧ ਨਹੀਂ ਬਣ ਸਕਦਾ। ਬਹੁਰ ਨਾ ਮਿਲਹਿ ਅਨੇਕ ਯਤਨ ਤੇ, ਮਹਾਰਾਜ ਕਹਿੰਦੇ ਮੁੜ ਉਹ ਦੁੱਧ ਨਹੀਂ ਬਣ ਸਕਦਾ, ਭਾਵੇਂ ਬੰਦਾ ਜਿੰਨੇ ਮਰਜ਼ੀ ਯਤਨ ਕਰੇ। ਹਾਂਜੀ ਤਥਾ ਫਰਕ ਪਰ ਹੈ ਮਨ ਮਨ ਤੇ। ਬਸ ਇਸੇ ਤਰ੍ਹਾਂ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਬੜਾ ਸੋਹਣਾ ਪਿਆਰ ਚੱਲ ਰਿਹਾ, ਪਰ ਜੇ ਕੋਈ ਕਾਂਜੀ ਦੀ ਛਿੱਟ ਰੂਪ ਆਪਣਾ ਧੋਖਾ ਪਾ ਦੇਵੇ ਨਾ, ਤੇ ਫਿਰ ਜਿੰਨੇ ਮਰਜ਼ੀ ਯਤਨ ਕਰੇ, ਫਿਰ ਨਹੀਂ ਮਨ ਮਿਲਦਾ, ਫਿਰ ਨਹੀਂ ਮਨ ਮਿਲਦਾ। ਉਹ ਫਿਰ ਫਰਕ ਪੈ ਜਾਂਦਾ ਜੀ। ਉਹ ਇੱਕ ਰਹੀਮਨ ਨੇ ਦੋਹਰਾ ਲਿਖਿਆ, ਰਹੀਮਨ ਧਾਗਾ ਪ੍ਰੇਮ ਕਾ ਮਤ ਤੋੜੋ ਝਟਕਾਏ। ਕਹਿੰਦੇ ਪਿਆਰ ਦਾ ਧਾਗਾ ਹੈ, ਇੱਕਦਮ ਝਟਕਾ ਮਾਰ ਕੇ ਕਿਤੇ ਤੋੜ ਨਾ ਦਿਓ। ਚਲੋ ਮੁੜ ਗੰਢ ਤੇ ਪੈ ਜਾਏਗੀ, ਪਰ ਉਹ ਗੰਢ ਰੜਕਦੀ ਰਹੇਗੀ। ਆਖੋ ਸ੍ਰੀ ਵਾਹਿਗੁਰੂ। ਉਹ ਗੰਢ ਰੜਕਦੀ ਰਹੇਗੀ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਅਨਵਰ ਖਾਨ ਨੂੰ ਕਹਿੰਦੇ, ਮਹਾਰਾਜ ਕਹਿੰਦੇ ਹੁਣ ਤੂੰ ਦੁੱਧ 'ਚ ਕਾਂਜੀ ਪਾਏਗਾ ਤੇ ਕਹੇਗਾ ਮੁੜ ਦੁੱਧ ਹੀ ਹੋ ਰਵੇ, ਤੇ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਹਾਂਜੀ ਪੈ ਪਾਣੀ ਨ ਖਟਾਈ ਸਹੈ। ਹਾਂਜੀ ਤਥਾ ਕਪਟੇ ਪ੍ਰੀਤ ਨ ਰਹੈ। ਜਿਵੇਂ ਦੁੱਧ ਪਾਣੀ ਖੱਟਾਪਨ ਨਹੀਂ ਸਹਾਰਦੇ, ਕਾਂਜੀ ਪਾਓ ਉਹ ਨਹੀਂ ਸਹਾਰ ਸਕਦੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪ੍ਰੇਮੀ ਹਿਰਦਾ ਵੀ ਕਪਟ ਨਹੀਂ ਸਹਾਰ ਸਕਦਾ, ਧੋਖਾ ਨਹੀਂ ਸਹਾਰ ਸਕਦਾ। ਤੁਸੀਂ ਆਪਣੀ ਜ਼ਿੰਦਗੀ ਕਿਸੇ ਦੇ ਨਾਮ ਲਾਤੀ ਸਾਧ ਸੰਗਤ ਜੀ, ਉਹ ਅੱਗੋਂ ਧੋਖਾ ਹੀ ਕਰੀ ਜਾਵੇ, ਤੇ ਦੱਸੋ ਫਿਰ ਕੀ ਫਾਇਦਾ ਹੈਗਾ ਜੀ। ਹਾਂਜੀ ਇਮ ਵਿਚਾਰ ਕਰ ਹੂਜੈ ਮੋਨ। ਮਹਾਰਾਜ ਕਹਿੰਦੇ ਵਿਚਾਰ ਕਰ ਲੈ, ਗੱਲ ਸੱਚੀ ਹੈ। ਕਹਿੰਦਾ ਗੱਲ ਤੇ ਸੱਚੀ। ਮਹਾਰਾਜ ਕਹਿੰਦੇ ਫਿਰ ਚੁੱਪ ਕਰ ਜਾ। ਆਖੋ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਸ ਹੁਣ ਇੱਥੇ ਹੀ ਚੁੱਪ ਕਰ ਜਾ, ਅੱਗੇ ਨਾ ਬੋਲੀ, ਸਾਡੇ ਕੋਲੋਂ ਕੁਝ ਹੋਰ ਨਾ ਬੁਲਵਾਈ। ਨਤ ਉਗਰਤ ਜੈ ਹੈ ਛਲ ਜੋਨ। ਨਹੀਂ ਤੇ ਤੇਰਾ ਭਾਗ ਉਗੜ ਜਾਏਗਾ। ਮਹਾਰਾਜ ਕਹਿਣ ਲੱਗੇ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਆਇਆ, ਅਸੀਂ ਤੇਰਾ ਭਾਗ ਖੋਲਣਾ ਨਹੀਂ ਚਾਹੁੰਦੇ, ਤੇਰਾ ਭਾਜ ਖੁੱਲ ਜਾਏਗਾ ਹੀ ਨਹੀਂ, ਤੇ ਚੁੱਪ ਹੋ ਜਾ ਹੁਣ। ਹਾਂਜੀ ਸੁਨ ਅਨਵਰ ਸੋ ਤਜਿਓ ਪ੍ਰਸੰਗ। ਉਹ ਅਨਵਰ ਖਾਂ ਚੁੱਪ ਹੋ ਗਿਆ, ਉਹਨੇ ਉਹ ਗੱਲ ਹੀ ਛੱਡ ਦਿੱਤੀ ਵੀ ਮਹਾਰਾਜ ਤੁਸੀਂ ਮੇਰੇ ਨਾਲ ਪਹਿਲਾਂ ਵਾਲਾ ਪਿਆਰ ਨਹੀਂ ਤੇ ਕਰਨ ਦਾ। ਬਹੁਰ ਮਿਲਨ ਹਿਤ ਕਹਿ ਗੁਰ ਸੰਗ। ਫਿਰ ਉਹ ਕੋਈ ਗੱਲਬਾਤ ਸ਼ੁਰੂ ਕੀਤੀ ਜੀ ਉਹਨੇ ਮਹਾਰਾਜ ਨਾਲ।
ਹੁਣ ਭੇਦ ਲੈਣ ਆਇਆ ਸੀ ਨਾ, ਤੇ ਚੁੱਪ ਕਿਵੇਂ ਰਹਿੰਦਾ? CID ਤੇ ਲੈਣ ਆਇਆ ਸੀ। ਬੈਠੇ ਬੋਲਤ ਪ੍ਰਾਪਤ ਭੇਤ, ਤੂਸ਼ਨ ਕਰੇ ਨਹੀਂ ਕੁਛ ਦੇਤ। ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਬੋਲਾਂਗਾ, ਗੱਲਬਾਤ ਹੋਏਗੀ, ਕੁਝ ਪਤਾ ਲੱਗੇਗਾ। ਚੁੱਪ ਰਿਆਂ ਤੇ ਗੱਲ ਨਹੀਂ ਬਣਨੀ। ਹਾਂਜੀ, ਸੁਣੋ ਪੀਰ ਜੀ ਚੌਪਰ ਚਾਰੂ। ਕਹਿੰਦਾ ਪੀਰ ਜੀ, ਮੁਸਲਮਾਨ ਹੈ ਨਾ, ਛੇਵੇਂ ਪਾਤਸ਼ਾਹ ਨੂੰ ਕਹਿੰਦਾ ਪੀਰ ਜੀ, ਆਏ ਬੜੀ ਸੋਹਣੀ ਚੌਪੜ ਆਈ ਆ ਤੁਹਾਡੇ ਕੋਲ। ਹਾਂਜੀ, ਜਾਨੋ ਤਰੇ ਧਰਿਓ ਸੰਭਾਰੂ। ਮਹਾਰਾਜ ਤੁਸੀਂ ਗੋਡੇ ਦੇ ਲਾਗੇ ਲਗਾ ਲਈ ਹੈ, ਸਾਂਭ ਕੇ ਰੱਖ ਲਈ ਹੈ। ਹਾਂਜੀ, ਅਦਭੁਤ ਬਨਿਓ ਪਿਖਨ ਲਲਚਾਵੋ। ਬੜੀ ਸੋਹਣੀ ਬਣੀ ਹੈ, ਮੇਰਾ ਜੀ ਕਰਦਾ ਮੈਂ ਚੌਪੜ ਦੇਖਾਂ। ਤੁਮ ਸੋ ਬਾਜੀ ਖੇਲ ਮਚਾਵੋ। ਤੇ ਨਾਲੇ ਤੁਹਾਡੇ ਨਾਲ ਬਾਜੀ ਵੀ ਲਾਵਾਂ, ਇੱਕ ਦਾ ਲਾਵਾਂ। ਮਹਾਰਾਜ ਖੋਲੋ ਚੌਪੜ ਤੇ ਖੇਡੀਏ। ਹਾਂਜੀ, ਤਰੇ ਧਨ ਨਿਜ ਦਾਵ ਵਿਚਾਰੀ। ਤੇ ਨਾਲੇ ਕਹਿਣ ਲੱਗਾ ਪੈਸੇ ਵੀ ਦਾ ਉੱਤੇ ਲਾਉਨੇ ਆ। ਹਾਂਜੀ, ਖੇਲਤ ਜੈ ਲਿਓ ਕਹਿ ਦਿਓ ਹਾਰੀ। ਤੇ ਖੇਲਦਿਆਂ ਜੇ ਮੈਂ ਹਾਰ ਗਿਆ, ਮੈਂ ਤੁਹਾਨੂੰ ਮਾਇਆ ਦੇ ਦਾਂਗਾ। ਤੇ ਮੂਰਖ ਮਹਾਰਾਜ ਨੂੰ ਕਹਿੰਦਾ ਜੇ ਤੁਸੀਂ ਹਾਰ ਗਏ ਤੇ ਤੁਸੀਂ ਮੈਨੂੰ ਦੇ ਦਿਓ। ਆਖੋ ਸ੍ਰੀ ਵਾਹਿਗੁਰੂ। ਓ ਸ਼੍ਰੀ ਵਾਹਿਗੁਰੂ। ਦੱਸੋ ਇਹ ਮਹਾਰਾਜ ਨੂੰ ਕੀ ਜਾਣਦਾ ਜੀ? ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿੰਦਾ ਜੇ ਤੁਸੀਂ ਹਾਰ ਗਏ ਤਾਂ ਤੁਸੀਂ ਦੇ ਦਿਓ। ਹਾਂਜੀ, ਸੁਣ ਸ਼੍ਰੀ ਹਰਗੋਬਿੰਦ ਉਚਾਰੀ। ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਕਹਿਣ ਲੱਗੇ, ਇਹ ਤੋ ਖੇਲੇ ਜੂਪ ਜੁਆਰੀ। ਮਹਾਰਾਜ ਕਹਿੰਦੇ ਖੋਜੇ, ਇਹ ਤਾਂ ਜੂਆ ਖੇਡਣ ਦੇ ਬਰਾਬਰ ਹੈ। ਪੈਸੇ ਦਾ ਤੇ ਲਾਉਣੇ, ਇਹ ਜੂਆ ਖੇਡਣ ਦੇ ਬਰਾਬਰ ਹੈ। ਹਾਂਜੀ, ਹਮ ਅੱਲਾਹ ਕੇ ਫਕਰ ਵਿਸਾਲੇ। ਅਸੀਂ ਤੇ ਫਕੀਰ ਬੰਦੇ ਆ ਅੱਲਾਹ ਦੇ ਕਹਿੰਦੇ। ਹਾਂਜੀ, ਭਲੋ ਉਪਦੇਸ਼ਤ ਭਲੇ ਸੰਭਾਲੇ। ਅਸੀਂ ਤਾਂ ਸਗੋਂ ਦੁਨੀਆ ਨੂੰ ਭਲਾ ਉਪਦੇਸ਼ ਦਿੰਨੇ ਆ, ਚੰਗੇ ਰਸਤੇ ਤੁਰਨ ਦਾ ਉਪਦੇਸ਼ ਦਿੰਨੇ ਆ। ਜੇ ਕਰ ਚਿਤ ਪਰਚਾ ਤੁਮ ਧਰੋ। ਹਾਂਜੀ, ਬਿਨਾ ਦਾਵ ਤਨ ਖੇਲਨ ਕਰੋ। ਕਹਿਣ ਲੱਗਾ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ। ਉਹ ਮਹਾਰਾਜ ਕਹਿੰਦੇ ਜੇ ਤੂੰ ਖੇਡਣਾ ਹੀ ਹੈ ਖੇਡ ਲੈਨੇ ਆ, ਪਰ ਪੈਸੇ ਦਾ ਤੇ ਨਹੀਂ ਲਾਉਣੇ, ਜੂਆ ਨਹੀਂ ਖੇਡਣਾ। ਮਹਾਰਾਜ ਨੇ ਬਾਣੀ ਚ ਸੰਸਾਰ ਨੂੰ ਵੀ ਜੁਆਰੀ ਆਖਿਆ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ। ਮਹਾਰਾਜ ਸੰਸਾਰ ਨੂੰ ਵੀ ਜੂਏ ਬਾਜੀ ਹਾਰੀ ਜੀਓ। ਸੋ ਮਹਾਰਾਜ ਕਹਿਣ ਲੱਗੇ ਜੂਆ ਨਹੀਂ ਖੇਡਣਾ। ਅਨਵਰ ਭਨੇ ਛੂਚ ਨੇ ਆਛੋ। ਅਨਵਰ ਖਾਂ ਕਹਿੰਦਾ ਮਹਾਰਾਜ ਖਾਲੀ ਖੇਡੀਏ ਚੌਪੜ, ਖਾਲੀ ਖੇਡਣੀ ਤੇ ਏਡੀ ਵਧੀਆ ਕੰਮ ਨਹੀਂ ਹੈ। ਕੁਛ ਤਰ ਕਰ ਖੇਲਣ ਚਿਤ ਬਾਂਛੋ। ਕੁਛ ਤੇ ਰੱਖ ਕੇ ਖੇਡੀਏ। ਹਾਂਜੀ, ਜਾਨ ਖਾਨ ਕੀ ਅਧਿਕ ਖੁਟਾਈ। ਗੁਰੂ ਸਾਹਿਬ ਮਹਾਰਾਜ ਜਾਣ ਗਏ ਵੀ ਇਹਦਾ ਮਨ ਖੋਟਾ ਹੈਗਾ, ਇਹ ਖੋਟੇ ਮਨ ਨਾਲ ਗੱਲਾਂ ਕਰਨ ਦਿਆ ਸਾਰੀਆਂ। ਕਹਿਓ ਗੁਰੂ ਹਮ ਚਾਹੇ ਨਾ ਕਾਈ। ਮਹਾਰਾਜ ਕਹਿਣ ਲੱਗੇ ਸੁਣ ਸਾਨੂੰ ਤੇ ਕੁਝ ਨਹੀਂ ਚਾਹੀਦਾ। ਹਾਂਜੀ, ਕਰੋ ਆਪ ਜੈਸੇ ਮਨ ਭਾਵੈ। ਅੱਗੋਂ ਜੋ ਤੂੰ ਕਰਨਾ ਕਰ ਲੈ, ਸਾਈਂ ਕੁਛ ਨਹੀਂ ਲੈਣਾ। ਅਸੀਂ ਜਿੱਤ ਵੀ ਗਏ ਤੇ ਤੇਰੇ ਕੋਲੋਂ ਕੁਝ ਨਹੀਂ ਲੈਣਾ। ਹਾਂਜੀ, ਪ੍ਰਾਪਤ ਹਾਰ ਜੀਤ ਨਹਿ ਪਾਵੈ। ਮਹਾਰਾਜ ਕਹਿਣ ਲੱਗੇ ਹਾਰ ਜਾਵੇਂਗਾ, ਤੂੰ ਹਾਰ ਜਾਣਾ ਹੀ, ਤੂੰ ਜਿੱਤ ਨਹੀਂ ਸਕਦਾ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਬਚਨ ਕਰਤਾ ਵੀ ਤੂੰ ਜਿੱਤ ਨਹੀਂ ਸਕਦਾ ਸਾਡੇ ਨਾਲ। ਹਾਂਜੀ, ਆਸ ਕਹਿ ਚੌਪਰ ਅਗਰ ਵਿਛਾਇਓ। ਇਹ ਕਹਿ ਕੇ ਚੌਪੜ ਵਿਛਾਇਆ, ਸੋਨੇ ਦੇ ਬਾਰਡਰ ਵਾਲਾ, ਨਗ ਜੜੇ ਐ, ਨਰਦਾਂ ਜਿਹਦੀਆਂ ਸੋਨੇ ਦੀਆਂ। ਬੈਠਿਓ ਸਮੁਖ ਮੂਡ ਹਰਖਾਇਓ। ਇਹ ਫੇ ਮੂਰਖ ਮਹਾਰਾਜ ਦੇ ਸਾਹਮਣੇ ਬੈਠਾ ਜੀ ਖੇਡਣ ਵਾਸਤੇ, ਤੇ ਬੜਾ ਖੁਸ਼ ਹੋਵੇ। ਚਿਤਵੈ ਖੇਲਣ ਵਿਦਿਆ ਮੇਰੇ। ਉਹ ਮਨ ਚ ਸੋਚਦਾ ਹੈ ਵੀ ਮੈਨੂੰ ਖੇਡਣ ਦੀ ਵਿਦਿਆ ਆਉਂਦੀ ਹੈ, ਮੇਰੇ ਤੋਂ ਵੱਧ ਕਿਹੜਾ ਖਿਡਾਰੀ ਹੋ ਸਕਦਾ ਚੌਪੜ ਦਾ।
ਜਿਹੜਾ ਕਹਿੰਦਾ ਨਾ ਮੈਂ ਵੱਡਾ ਖਿਡਾਰੀ, ਹਾਰਦਾ ਵੀ ਉਹੀ ਹੁੰਦਾ ਹੈ ਜੀ। ਹਾਂਜੀ, ਚਾਹੋ ਸੋ ਲਿਆਵੋ ਡਲ ਕੋ ਗੇਰੇ। ਫਿਰ ਪੜੋ ਹੱਥ ਰੱਖ ਕੇ। ਚਾਹੋ ਸੋ ਲਿਆਵੋ ਡਲ ਕੋ ਗੇਰੇ। ਕਹਿਣ ਲੱਗਾ ਮੇਰੇ ਤੋਂ ਵੱਧ ਕਿਹਨੂੰ ਵਿਦਿਆ ਆਉਂਦੀ ਆ, ਪਾਸੇ ਸੁੱਟ ਕੇ ਜਿਹੜਾ ਮਰਜ਼ੀ ਦਾ ਲਾਵਾਂ ਮੈਂ। ਹਾਂਜੀ, ਸ਼ਾਹ ਸਭਾ ਮੈਂ ਜੀਤਤ ਰਹਿਓ। ਮੈਂ ਤੇ ਬਾਦਸ਼ਾਹ ਦੀ ਸਭਾ 'ਚ ਜਿੱਤ ਦਾਨਾ, ਮੈਨੂੰ ਉੱਥੇ ਕੋਈ ਨਹੀਂ ਹਰਾ ਸਕਿਆ। ਅਨੇਕ ਬਾਰ ਤਨ ਮੈਂ ਬਹੁ ਤੇ ਲਹਿਓ। ਬੜੀ ਵਾਰੀ ਮੈਂ ਇਸ ਕੰਮ 'ਚ ਪੈਸੇ ਜਿੱਤੇ ਨੇ। ਜਿਹਨੂੰ ਜੂਏ ਦੀ ਆਦਤ ਪੈ ਜੇ, ਜੂਏ 'ਚ ਇੱਕ ਅੱਧੀ ਵਾਰੀ ਪੈਸੇ ਜਿੱਤਣ ਦੀ ਆਦਤ ਪੈ ਜੇ, ਫਿਰ ਉਹਨੂੰ ਆਦਤ ਜਦੋਂ ਪੈ ਜਾਂਦੀ ਫਿਰ ਛੁੱਟਦੀ ਨਹੀਂ ਜੀ। ਕਈਆਂ ਦਾ ਜੂਏ ਨੇ ਹੀ ਘਰ ਖਤਮ ਕਰਤਾ ਸਾਧ ਸੰਗਤ ਜੀ। ਇਹ ਕਹਿੰਦਾ ਵੀ ਮੈਂ ਤਾਂ ਬੜੀ ਵਾਰੀ ਮਾਇਆ ਕਮਾਈ ਹੈ ਏਦਾਂ। ਹਾਂਜੀ, ਅਪਰ ਬਾਤ ਮੈਂ ਦਾਵ ਨਾ ਖਾਵੇ। ਤੇ ਹੋਰ ਕਿਸੇ ਗੱਲ 'ਚ ਮੈਂ ਦਾ ਖਾ ਹੀ ਨਹੀਂ ਸਕਦਾ। ਚੌਪਰ ਖੇਲਤ ਦਰਬ ਹਰਾਵੇ। ਤੇ ਚੌਪੜ ਖੇਡਾਂਗਾ ਤੇ ਗੁਰੂ ਸਾਹਿਬ ਹਾਰ ਜਾਣੇ ਆ। ਹਾਂਜੀ, ਉਠੋ ਜੀਤ ਕਰ ਜੇ ਧਨ ਸੰਗ। ਤੇ ਨਾਲੇ ਸੋਚਦਾ ਵੀ ਜੇ ਮੈਂ ਜਿੱਤ ਜਾਣਾ, ਹਾਂਜੀ, ਤੋ ਲਖ ਹੋ ਗੁਰ ਹਾਰਹਿ ਜੰਗ। ਤੇ ਫਿਰ ਮੈਂ ਸਮਝ ਲਾਂਗਾ ਵੀ ਅਸੀਂ ਜੰਗ 'ਚ ਵੀ ਜਿੱਤ ਜਾਣਾ। ਤੇ ਜੇ ਚੌਪੜ 'ਚ ਹਾਰ ਗਏ ਤੇ ਫਿਰ ਜੰਗ 'ਚ ਵੀ ਹਾਰ ਜਾਵਾਂਗੇ। ਆਖੋ, ਤੇ ਮਹਾਰਾਜ ਤਾਂ ਪਹਿਲਾਂ ਕਹਿੰਦੇ ਤੂੰ ਹਾਰ ਜਾਣਾ ਹੀ। ਹਾਂਜੀ, ਦਾਵ 500 ਦਰਬ ਲਗਾਇਵ। ਕਹਿੰਦਾ ਮੈਂ 500 ਰੁਪਈਆ ਦਾ ਤੇ ਲਾਇਆ। 500 ਰੁਪਈਆ ਉਦੋਂ ਬਹੁਤ ਸੀਗਾ। ਹਾਂਜੀ, ਤਬ ਸਤ ਗੁਰ ਡਲ ਡਾਰ ਰੜਾਇਵ। ਗੁਰੂ ਸਾਹਿਬ ਮਹਾਰਾਜ ਕਹਿੰਦੇ ਠੀਕ ਹੈ। ਮਹਾਰਾਜ ਨੇ ਫਿਰ ਪਾਸਿਆਂ ਨੂੰ ਰੇੜਿਆ। ਚਮਕਤ ਚੂਨੀ ਕੰਚਨ ਜਰੇ। ਉਹ ਫਿਰ ਜਿਹੜੀਆਂ ਨਰਦਾਂ ਨੇ ਸੋਨੇ ਦੀਆਂ ਬਣੀਆਂ, ਵਿੱਚ ਹੀਰੇ ਮੋਤੀ ਜੜੇ ਹੋਏ ਨੇ। ਪੁਨਲੇ ਖਾਨ ਗੈਰ ਬੋ ਕਰੇ। ਫਿਰ ਉਹਦੀ ਵਾਰੀ ਆ ਗਈ ਜੀ, ਉਹ ਏਦਾਂ ਨਰਦਾਂ ਘੁਮਾ ਕੇ ਉਹਨੇ ਵੀ ਸੁੱਟੀਆਂ। ਹਾਂਜੀ, ਸਭਾ ਲੱਗੀ ਸੁਵਟਨ ਕੀ ਹੀਰੇ। ਸਾਰੇ ਸੂਰਮੇ ਬਾਬਾ ਬਿਧੀ ਚੰਦ ਜੀ ਹੋਣੀ ਖੇਡ ਵੇਖਣ ਲੱਗੇ। ਚੱਲੇ ਨਰਦ ਨਿਜ ਡਲ ਕੋ ਗੇ ਰਹੇ। ਉਹ ਨਰਦਾਂ ਚੱਲ ਰਹੀਆਂ, ਕਦੀ ਮਹਾਰਾਜ ਗੇਰਦੇ ਆ, ਕਦੀ ਉਹ ਸੁੱਟਦਾ। ਹਾਂਜੀ, ਦਾਉ ਵਿਸਾਲ ਗੁਰੂ ਤਬ ਲਿਆਵੇ। ਮਹਾਰਾਜ ਵੀ ਦਾਲ ਆਉਂਦੇ ਆ ਜੀ। ਹਾਂਜੀ, ਤੁਰਕ ਨਰਦ ਕੋ ਮਾਰ ਹਟਾਵੇ। ਤੇ ਦਾਲ ਆ ਕੇ ਮਹਾਰਾਜ ਉਹਦੀਆਂ ਨਰਦਾਂ ਨੂੰ ਪਰਾਂ ਸੁੱਟਦੇ ਆ ਜੀ। ਹਾਂਜੀ, ਪੁਨ ਕਾਚੀ ਹੋਏ ਵਹਿਰ ਨਿਕਾਸੇ। ਹਾਂਜੀ, ਆਨੇ ਫੇਰਤ ਚਾਰੋਂ ਪਾਸੇ। ਕੱਚੀ ਕਰਕੇ ਮਹਾਰਾਜ ਬਾਹਰ ਕੱਢ ਦਿੰਦੇ ਆ। ਹਾਂਜੀ, ਅੰਤਰ ਨੇ ਪਰਵੇਸ਼ ਬੈ ਪਾਵਤ। ਉਹ ਜਿਹੜਾ ਮਹਾਰਾਜ ਉਹਦੀ ਨਰਦ ਨੂੰ ਇੱਕ ਵਾਰੀ ਬਾਹਰ ਕੱਢਦੇ ਆ ਨਾ, ਉਹ ਮੁੜ ਵਿੱਚ ਨਹੀਂ ਪਾ ਸਕਦਾ ਜੀ। ਇਹ ਵੀ ਖੇਡ ਹੁੰਦੀ ਆ ਨਾ। ਆਖੋ ਵਾਹਿਗੁਰੂ। ਖੇਡ ਹੁੰਦੀ ਆ। ਹੁਣ ਇਹ ਖੇਡ ਪ੍ਰਚਲਿਤ ਨਹੀਂ ਆ, ਇਸ ਕਰਕੇ ਜ਼ਿਆਦਾ ਨਹੀਂ ਪਤਾ ਜੀ ਕਈਆਂ ਨੂੰ। ਹਾਂਜੀ, ਉਹ ਜਿਵੇਂ ਲੁੱਡੋ ਆ ਗਿਆ, ਤੁਰੀ ਗਈ ਤੁਰੀ ਗਈ ਤੁਰੀ ਗਈ, ਤੇ ਕਈ ਵਾਰੀ ਬੈਕ ਵੀ ਆਉਣਾ ਪੈਂਦਾ ਜੀ। ਤੇ ਉਹ ਬੱਚੇ ਸੱਪ ਵਾਲੀ ਤੇ ਪੌੜੀ ਵਾਲੀ ਖੇਡਦੇ ਹੁੰਦੇ ਸੀਗੇ, ਤੇ 99 ਤੇ ਜਾ ਕੇ ਡੰਗ ਪੈਂਦਾ ਹੁੰਦਾ ਸੀਗਾ ਜੀ। ਉਹ ਹੁਣ ਕੀ ਕਰ, ਮਹਾਰਾਜ ਖੇਡ ਰਹੇ ਆ, ਉਹ ਵੀ ਨਾਲ ਖੇਡਦਾ। ਜਿਹੜਾ ਉਹਦੀ ਕੱਚੀ ਨਰਦ ਨੂੰ ਪਰਾਂ ਕਰ ਦਿੰਦੇ ਨਾ ਮਹਾਰਾਜ, ਉਹ ਬੜੇ ਦਾਲ ਆਉਂਦਾ, ਪਰ ਵਿੱਚ ਨਹੀਂ ਸੀ ਪਾ ਸਕਦਾ ਬਾਅਦ ਵਿੱਚ। ਹਾਂਜੀ, ਮਾਰਿਓ ਕੈ ਗੁਰ ਮਾਰ ਹਟਾਵਤ। ਆਖੋ ਵਾਹਿਗੁਰੂ। ਉਹ ਮਹਾਰਾਜ ਇੰਜ ਫੜ ਕੇ ਕਰਦੇ, ਆ ਵੀ ਮਰਿਆ, ਚਲੋ ਉਹ ਬਾਹਰ ਹੋ ਜਾਂਦਾ ਜੀ। ਹਾਂਜੀ, ਆਪਣੀ ਆਠੋ ਨਰਦ ਪਕਾਈ। ਹਾਂਜੀ, ਰਾਖੀ ਤਿਸਕੀ ਚਾਰ ਕਚਾਈ। ਮਹਾਰਾਜ ਨੇ ਆਪਣੀਆਂ 8 ਨਰਦਾਂ ਪੂਰੀਆਂ ਕੀਤੀਆਂ, ਉਹਦੀਆਂ 4 ਉਹ ਵੀ ਕੱਚੀਆਂ ਜੀ। ਹਾਂਜੀ, ਹਾਰਿਓ ਦਰਬ 500 ਮੂੜਾ। ਤੇ ਮੂੜਾ ਮੂਰਖ ਹਾਰ ਗਿਆ। ਸਰਬਰ ਹੋਇਓ ਚਹਤ ਹੈ ਕੂੜਾ। ਪਰ ਹੁਣ ਕੀ ਕਰੇ, ਫਿਰ ਵੀ ਮੂਰਖ ਮਹਾਰਾਜ ਦੀ ਬਰਾਬਰੀ ਕਰਨੀ ਚਾਹੁੰਦਾ ਹੈ। ਇੱਕ ਵਾਰੀ ਹਾਰ ਗਿਆ। ਲੱਜਤ ਪਇਓ ਕਛੁਕ ਪੁਨ ਚਪਿਓ। ਉਹ ਜਿਹੜਾ 500 ਰੁਪਇਆ ਹਾਰ ਗਿਆ ਜੀ, ਉਹ ਥੋੜਾ ਸ਼ਰਮਿੰਦਾ ਹੋ ਗਿਆ ਜੀ। ਜਦੋਂ ਹਾਰ ਜਾਂਦਾ ਬੰਦਾ ਸ਼ਰਮਸਾਰ ਤੇ ਹੁੰਦਾ ਹੀ ਹੈ। ਦਾਵ 500 ਧਨ ਤਬ ਥਪਿਓ। ਉਹ 500 ਰੁਪਇਆ ਹੋਰ ਦਾ ਤੇ ਲਾਇਆ। ਬਾਜੀ ਪ੍ਰਥਮ ਹਰਾਏ ਸੋ ਚਾਹਾ। ਹਾਂਜੀ, ਅਬ ਕਹਿ ਦਰਬ ਲਹੋ ਇਨ ਪਾਹਾ। ਕਹਿੰਦਾ ਇੱਕ ਵਾਰੀ ਫੇਰ, ਆਖੋ ਵਾਹਿਗੁਰੂ,
ਫੇਰ ਮਾਇਆ ਲਾਈ 500 ਰੁਪਈਆ ਜੀ। ਕਹਿੰਦਾ ਹੁਣ ਵਰੀ ਮੈਂ ਪਹਿਲੇ ਪੈਸੇ ਜਿਹੜੇ ਤੁਹਾਡੇ ਹੱਲ ਗਏ ਉਹ ਵਾਪਸ ਲੈ ਕੇ ਆਉਣੇ ਆ। ਹਾਂਜੀ। ਚੂਨੀ ਚਮਕਤ ਹੀਮ ਲਪੇਟੀ, ਹੀਰੇ ਜਵਾਹਰਾਤ ਤੇ ਸੋਨੇ ਦੀਆਂ ਬਣੀਆਂ ਹੋਈਆਂ ਗੋਟਾਂ ਚਮਕਦੀਆਂ ਸਨ। ਜਨ ਸੂਰਜ ਕੀ ਕਿਰਨ ਸਮੇਟੀ, ਜਿਵੇਂ ਉਹਨਾਂ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਚਮਕਦੇ ਹਨ। ਤਿਨ ਪਰ ਨਵਗ੍ਰਹਿ ਜਨ ਥਿਰ ਕਰੇ, ਹਾਂਜੀ। ਅਬ ਡਲ ਸ਼ੋਭਤ ਹੈ ਦੁੱਤ ਉਹ ਭਰੇ। ਨਰਦਾਂ ਚਮਕਾਂ ਮਾਰਨ ਦੀ ਉੱਤੇ ਚੌਪੜ ਦੇ ਵਿੱਚ ਬਹੁਰ ਦੂਸਰੀ ਬਾਜੀ ਖੇਲਤ, ਫਿਰ ਦੂਸਰੀ ਬਾਜੀ ਖੇਡਦੇ ਆ। ਗੁਰ ਕਰ ਕਮਲਤ ਤੇ ਡਲ ਮੇਲਤ। ਮਹਾਰਾਜ ਆਪਣੇ ਕਰ ਕਮਲਾਂ ਦੇ ਨਾਲ ਸਾਧ ਸੰਗਤ ਜੀ ਉਹ ਅੱਗੇ ਬਾਜੀ ਕਰਦੇ ਆ, ਨਰਦਾਂ ਮੇਲਦੇ ਹਨ। ਕਰੈ ਤੁਰਕ ਵਿਦਿਆ ਬਹੁ ਤੇਰੀ, ਬਥੇਰੇ ਖੋਜਾ ਅਨਵਰ ਵਿਦਿਆ ਲਾਉਂਦਾ ਹੈ, ਦਾ ਪੇਚ ਲਾਉਂਦਾ ਹੈ। ਗੁਰ ਕੀ ਨਰਦ ਨ ਮਰ ਇੱਕ ਬੇਰੀ, ਪਰ ਗੁਰੂ ਸਾਹਿਬ ਦੀ ਇੱਕ ਵਾਰੀ ਨਰਦ ਨੂੰ ਉਹ ਮਾਰ ਨਹੀਂ ਸਕਿਆ ਜੀ, ਇੱਕ ਵਾਰੀ ਵੀ ਮਾਰ ਨਹੀਂ ਸਕਿਆ। ਤਿਸ ਕੀ ਨਰਦ ਆਏ ਜਬ ਆਗੇ, ਜਦੋਂ ਉਹਦੀ ਨਰਦ ਅੱਗੇ ਆਉਂਦੀ, ਕਹਿ ਗੁਰ ਮਾਰੈ ਜਨ ਸਰ ਲਾਗੇ। ਮਾਰ ਖੇਡ ਹੈ ਨਾ, ਤੇ ਕੁਦਰਤੀ ਜਦੋਂ ਉਹਦੀ ਨਰਦ ਅੱਗੇ ਆਉਂਦੀ ਤੇ ਮਹਾਰਾਜ ਆਪ ਦੀ ਨਰਦ ਅੱਗੇ ਕਰਕੇ ਕਹਿੰਦੇ ਲੈ ਆ ਵੀ ਮਾਰੀ ਉਹ ਆਖੋ ਵਾਹਿਗੁਰੂ, ਉਹ ਫਿਰ ਹਾਰਦਾ ਜੀ ਉਹ। ਹਾਂਜੀ। ਚਪਿਓ ਤੁਰਕ ਬਿਦ ਕਰਤ ਅਨੇਕਾ, ਹਾਂਜੀ। ਮਹਿਮਾ ਲਖ ਨਾ ਸਕੈ ਅਬ ਬੇਕਾ। ਪਰ ਉਹ ਮੂਰਖ ਹਾਰ ਰਿਹਾ, ਇਹ ਨਹੀਂ ਪਤਾ ਲੱਗਦਾ ਵੀ ਇਹ ਤਾਂ ਖੁਦ ਖੁਦਾ ਨੇ ਜਿਨ੍ਹਾਂ ਦੇ ਨਾਲ ਮੈਂ ਖੇਡ ਰਿਹਾ। ਹਾਂਜੀ। ਬਾਜੀ ਜੀਤ ਲਈ ਜਨ ਜੰਗ, ਹਾਂਜੀ। ਬੇਦੈ ਬਾਕਬਾਨ ਕੇ ਸੰਗ। ਮਹਾਰਾਜ ਸੱਚੇ ਪਾਤਸ਼ਾਹ ਫਿਰ ਜਦੋਂ ਬਾਜੀ ਜਿੱਤ ਜਾਂਦੇ ਨਾ, ਉਹਦੇ ਮਨ ਦੀ ਗੱਲ ਕਰਦੇ। ਮਹਾਰਾਜ ਕਹਿੰਦੇ ਜਿਵੇਂ ਆਹ ਜਿੱਤ ਲਈ ਆ ਮੈਂ ਜੰਗ ਵੀ ਜਿੱਤ ਲੈਣੀ ਹੈ। ਨਾਲ ਹੀ ਬਚਨ ਕਰਤਾ ਮਹਾਰਾਜ ਨੇ। ਇਹ ਗੱਲ ਤਾਂ ਉਹਨੂੰ ਇਉਂ ਲੱਗੀ ਜਿਵੇਂ ਉਹਨੂੰ ਤੀਰ ਹੀ ਵੱਜ ਗਿਆ ਹੋਵੇ ਜੀ। ਹਾਂਜੀ। ਬੈਠਿਓ ਦਰਬ ਹਰਾਏ ਹਜ਼ਾਰ, 1000 ਰੁਪਈਆ ਉਹ ਹਾਰ ਗਿਆ। ਦੁੱਖ ਚਿੰਤਾ ਬਹੁ ਹਿਰਦੇ ਗਵਾਰ। ਗਵਾਰ ਸੋਚਦਾ ਹੈ ਵੀ 5000 ਉੱਥੋਂ ਮਿਲਿਆ, 1000 ਤਾਂ ਮੈਂ ਇੱਥੇ ਹੀ ਹਾਰ ਗਿਆ ਹਾਂ। ਨੈ ਊਚੇ ਸਨਮੁਖ ਕਰ ਨੈਣ, ਸਾਹਮਣੇ ਅੱਖਾਂ ਨਹੀਂ ਚੁੱਕਦਾ ਮਹਾਰਾਜ ਜੀ ਦੇ। ਬੋਲ ਨਾ ਸਕੈ ਗਰਭ ਕੇ ਬੈਨ। ਹੁਣ ਨਹੀਂ ਹੰਕਾਰ ਭਰੀਆਂ ਗੱਲਾਂ ਕਰਦਾ ਜਿਵੇਂ ਪਹਿਲਾਂ ਕਰਦਾ ਸੀ। ਚਪਿਓ ਲਾਜ ਤੇ ਪੁਨ ਚਹਿ ਖੇਲਾ, ਐ ਤੇ ਗਰੜ ਡਰਾਏ ਸਪੇਲਾ। ਤੇ ਸਾਧ ਸੰਗਤ ਦੇ ਮੂਰਖ ਫਿਰ ਖੇਡਣਾ ਚਾਹੁੰਦਾ, ਕਹਿੰਦਾ ਮਹਾਰਾਜ ਤੀਜੀ ਵਾਰੀ ਫਿਰ ਆਖੋ। ਕਹਿੰਦੇ ਮਾਨੋ ਸੱਪ ਗਰੜ ਨੂੰ ਡਰਾਉਣਾ ਚਾਹੁੰਦਾ ਹੈ ਤੇ ਹੋ ਥੋੜੀ ਸਕਦਾ ਜੀ। ਕਹਿੰਦਾ ਤੀਜੀ ਵਾਰੀ ਹੋਰ ਅੱਗੋਂ ਫਿਰ ਤੀਜੀ ਵਾਰੀ ਖੇਡਦਾ। ਉਹ ਕੱਲ ਦੇ ਪ੍ਰਸੰਗ ਵਿੱਚ ਬਚਨ ਆਉਣਗੇ। ਇਹ ਹਰੇ ਹੀ ਪਏ ਆ, ਇੱਥੇ ਰੱਖ ਦੇ, ਹਰੇ ਹੀ ਪਏ ਆ, ਠੀਕ ਹੈ, ਹਰੇ ਹੀ ਪਏ ਆ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਗੱਜ ਕੇ ਸਾਰੀ ਸੰਗਤ ਕਹੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ।